मेरा नाम डॉक्टर तजिंदर सिंह। मेरे अज के लैक्चर का विषय है डॉक्टर सुहिंदर सिंह वणजारा बेदी के पंजाबी लोकधारा अध्ययन खेत्र में दिते गए विज्ञानक मॉडल की निशानदेही करनी ਅਤੇ इस दियां भविखमुखी संभावनावां बारे चर्चा करनी। जिवें कि असीं सारे जानते हैं कि डॉक्टर सुहिंदर सिंह वणजारा बेदी ने पंजाबी लोकधारा अध्ययन खेत्र में एक संस्था जिन्ना काम एक इकल्ले व्यक्ति के रूप में किया ਅਤੇ ਉਹਨਾਂ ਨੇ ਪੰਜਾਬੀ ਲੋਕਧਾਰਾ ਅਧਿਐਨ ਦਾ ਇੱਕ ਵਿਗਿਆਨਕ ਮਾਡਲ ਉਸਾਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਬੇਦੀ ਦੇ ਉਹਨਾਂ ਸੋਮਿਆਂ ਬਾਰੇ ਚਰਚਾ ਕਰਾਂਗੇ ਜਿਨ੍ਹਾਂ ਤੋਂ ਉਹਨਾਂ ਨੇ ਇਹ ਵਿਗਿਆਨਕ ਮਾਡਲ ਉਸਾਰਿਆ ਅਤੇ ਉਹਨਾਂ ਦੇ ਇਸ ਵਿਗਿਆਨਕ ਮਾਡਲ ਦੇ ਪ੍ਰਮੁੱਖ ਸੰਕਲਪ ਕਿਹੜੇ ਨੇ ਜਿਨ੍ਹਾਂ ਦੇ ਰਾਹੀਂ ਉਹਨਾਂ ਨੇ ਲੋਕਧਾਰਾਈ ਸਮੱਗਰੀ ਨੂੰ ਅਧਿਐਨ ਕਰਨ ਦੀ ਸਿਫਾਰਿਸ਼ ਕੀਤੀ ਅਤੇ ਸਫਲਤਾਪੂਰਵਕ ਇਸ ਸਮੱਗਰੀ ਦਾ ਅਧਿਐਨ ਕੀਤਾ। ਇਸ ਸੰਬੰਧੀ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਗੱਲ ਬਾਰੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ ਕਿ ਜੋ 19ਵੀਂ ਸਦੀ ਮਾਨਵ ਸੰਸਕ੍ਰਿਤੀ ਦੇ ਇਤਿਹਾਸ ਦੇ ਵਿੱਚ ਵਾਪਰਦੀ ਹੈ, ਉਸ ਸਦੀ ਨੇ ਸਮਾਜ ਸ਼ਾਸਤਰ ਨੂੰ, ਪ੍ਰਕਿਰਤਿਕ ਵਿਗਿਆਨਾਂ ਨੂੰ ਇੰਨਾ ਕੁਝ ਦਿੱਤਾ ਕਿ ਪੁਰਾਤਨ ਸਾਰੇ ਵਿਸ਼ਵਾਸ ਖੰਡਿਤ ਹੋ ਗਏ ਅਤੇ ਨਵੀਂ ਤਰ੍ਹਾਂ ਦੀ ਰੌਸ਼ਨੀ ਇਨਸਾਨ ਨੂੰ, ਇਨਸਾਨੀ ਸਮਾਜਾਂ ਨੂੰ ਤੇ ਇਨਸਾਨ ਦੇ ਸਿਰਜੇ ਸੱਭਿਆਚਾਰ ਤੇ ਸੰਸਕ੍ਰਿਤੀ ਨੂੰ ਸਮਝਣ ਲਈ ਵਿਕਸਿਤ ਹੋਈ। ਡਾਕਟਰ ਬੇਦੀ ਦਾ ਵੀ ਇਸ 19ਵੀਂ ਸਦੀ ਦੀ ਕ੍ਰਾਂਤੀਕਾਰੀ ਚੇਤਨਾ ਦੇ ਨਾਲ ਸਿੱਧਾ ਸੰਬੰਧ ਹੈ, ਕਿਉਂਕਿ ਡਾਕਟਰ ਬੇਦੀ ਜਿਨ੍ਹਾਂ ਸੋਮਿਆਂ ਨੂੰ ਆਪਣਾ ਆਧਾਰ ਬਣਾਉਂਦੇ ਨੇ ਉਹ ਸਾਰੇ ਵਿਦਵਾਨ ਡਾਰਵਿਨ ਦੇ ਜੀਵ ਵਿਕਾਸ ਦੇ ਦਿੱਤੇ ਸਿਧਾਂਤ ਤੋਂ ਆਪਣੀ ਰੌਸ਼ਨੀ ਪ੍ਰਾਪਤ ਕਰਦੇ ਨੇ ਅਤੇ ਆਇਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਤੋਂ ਪੈਦਾ ਹੋਈ ਨਵੀਂ ਜਿਗਿਆਸਾ ਨੇ ਮਾਨਵ ਨੂੰ ਨਵੀਆਂ ਵਿਗਿਆਨਕ ਵਿਧੀਆਂ ਦੇ ਨਾਲ ਸੋਚਣ ਦੀ ਜੋ ਪ੍ਰੇਰਨਾ ਦਿੱਤੀ, ਉਹਦੇ ਵਿੱਚੋਂ ਜੋ ਚਿੰਤਨ ਉਪਜਿਤ ਹੋਇਆ, ਉਹਦੇ ਵਿੱਚੋਂ ਜੋ ਇਨਸਾਨੀ ਸੱਭਿਆਚਾਰ ਤੇ ਸੰਸਕ੍ਰਿਤੀ ਨੂੰ ਸਮਝਣ ਦੀ ਸਮਝ ਵਿਕਸਿਤ ਹੋਈ, ਬੇਦੀ ਉਸੇ ਸੂਝ-ਬੂਝ ਨੂੰ ਪੰਜਾਬੀ ਦੇ ਵਿੱਚ ਪਹਿਲੀ ਵਾਰ ਪ੍ਰਸਤੁਤ ਕਰਦੇ ਨੇ ਤੇ ਇੱਕ ਵਿਗਿਆਨਕ ਮਾਡਲ ਉਸਾਰਦੇ ਨੇ। ਡਾਕਟਰ ਬੇਦੀ ਦੇ ਜੋ ਮੂਲ ਸੋਮੇ ਮਾਨਵ ਵਿਗਿਆਨਾਂ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਨੇ, ਉਹਨਾਂ ਦੇ ਵਿੱਚ ਸਰ ਜੇਮਸ ਫਰੇਜ਼ਰ, ਈ.ਬੀ. ਟਾਇਲਰ, ਲਿਊਸੀਨ ਲੈਵੀ ਬਰੋਹਲ ਅਤੇ ਮਨੋਵਿਗਿਆਨ ਦੇ ਵਿੱਚ ਸਿਗਮੰਡ ਫਰਾਇਡ ਅਤੇ ਕਾਰਲ ਗੁਸਤਾਵ ਜੁੰਗ ਪ੍ਰਮੁੱਖ ਹਨ, ਕਿਉਂਕਿ ਇਹ ਜਿੰਨੇ ਵੀ ਮਨੋਵਿਗਿਆਨੀ ਸੀ ਜਾਂ ਮਾਨਵ ਵਿਗਿਆਨੀ ਸੀ, ਇਹ ਡਾਰਵਿਨ ਦੀਆਂ ਲੱਭਤਾਂ ਤੋਂ ਪ੍ਰਭਾਵਿਤ ਹੋ ਕੇ ਆਪਣਾ ਵਿਗਿਆਨਕ ਚਿੰਤਨ ਸਿਰਜ ਰਹੇ ਸੀ। ਕਿਉਂਕਿ ਜੀਵ ਵਿਕਾਸ ਦੇ ਸਿਧਾਂਤ ਨੇ ਵਿਅਕਤੀ ਨੂੰ, ਮਾਨਵ ਨੂੰ ਇੱਕ ਵਿਗਿਆਨਕ ਰੂਪ ਦੇ ਵਿੱਚ ਦੇਖਣ, ਸਮਝਣ ਦੀ ਚਿੰਤਨ ਨੂੰ ਵਿਕਸਿਤ ਕਰਨ ਦੀ ਪਰੰਪਰਾ ਦਾ ਵਿਕਾਸ ਕੀਤਾ, ਜਿਸ ਰਾਹੀਂ ਮਾਨਵ ਦੀ ਸੰਸਕ੍ਰਿਤੀ, ਮਾਨਵ ਮਨ, ਉਹਨੂੰ ਨਵੇਂ ਸਿਰੇ ਤੋਂ ਦੇਖਿਆ ਤੇ ਪਰਖਿਆ ਗਿਆ। ਮਾਨਵ ਵਿਗਿਆਨੀਆਂ ਨੇ ਪ੍ਰਾਚੀਨ ਸਮਾਜਾਂ ਦਾ ਅਧਿਐਨ ਕੀਤਾ, ਆਦਮ ਮਾਨਵ ਦਾ ਅਧਿਐਨ ਕੀਤਾ, ਉਹਨਾਂ ਦੀਆਂ ਸਿਰਜਣਾਵਾਂ ਦਾ ਅਧਿਐਨ ਕੀਤਾ। 19ਵੀਂ ਸਦੀ ਦੇ ਵਿੱਚ ਹੀ ਪੁਰਾਤੱਤਵ ਵਿਗਿਆਨ ਵਿਕਸਿਤ ਹੋਇਆ। ਉਹਨਾਂ ਨੇ ਪ੍ਰਾਚੀਨ ਸੱਭਿਅਤਾਵਾਂ ਦੇ ਅਵਸ਼ੇਸ਼ਾਂ ਨੂੰ ਲੱਭਿਆ। ਉਹ ਅਵਸ਼ੇਸ਼ ਸੱਭਿਆਚਾਰਕ ਮਾਨਵ ਵਿਗਿਆਨੀਆਂ ਕੋਲ ਗਏ, ਉਹ ਅਵਸ਼ੇਸ਼ ਮਨੋਵਿਗਿਆਨੀਆਂ ਕੋਲ ਗਏ, ਜਿਨ੍ਹਾਂ ਤੋਂ ਉਹਨਾਂ ਨੇ ਮਾਨਵ ਦੇ ਸੰਸਕ੍ਰਿਤਿਕ ਵਿਕਾਸ ਬਾਰੇ ਬਹੁਤ ਅਹਿਮ ਸਿੱਟੇ ਕੱਢੇ। ਇਸੇ ਦੀ ਪਿੱਠਭੂਮੀ ਦੇ ਵਿੱਚ ਹੀ ਜੋ ਸੰਸਾਰ ਪੱਧਰ ਦਾ ਲੋਕਧਾਰਾਈ ਚਿੰਤਨ ਹੈ ਉਹ ਵਿਕਸਿਤ ਹੁੰਦਾ ਹੈ। ਸੋ ਸਾਡੇ ਕੋਲ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਨੇ ਕੁਝ ਤੱਤ ਦਿੱਤੇ ਜਿਨ੍ਹਾਂ ਨੂੰ ਉਹ ਅਲੱਗ-ਅਲੱਗ ਅਨੁਸ਼ਾਸਨਾਂ ਤੋਂ ਪ੍ਰਾਪਤ ਕਰਦਾ। ਮੂਲ ਰੂਪ ਦੇ ਵਿੱਚ ਵਣਜਾਰਾ ਬੇਦੀ ਦਾ ਜੋ ਚਿੰਤਨ ਹੈ ਉਹ ਮਾਨਵ ਵਿਗਿਆਨ, ਮਨੋਵਿਗਿਆਨ, ਪੁਰਾਤੱਤਵ ਵਿਗਿਆਨ ਅਤੇ ਸਮਾਜ ਸ਼ਾਸਤਰ, ਇਹਨਾਂ ਵਿਭਿੰਨ ਵਿਗਿਆਨਾਂ ਤੋਂ ਆਪਣੀ ਦ੍ਰਿਸ਼ਟੀ ਹਾਸਲ ਕਰਦਾ ਹੈ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਜੋ ਸਿਧਾਂਤਕ ਮਾਡਲ ਹੈ ਉਹ ਮਿੱਸਾ ਅਤੇ ਅੰਤਰ ਅਨੁਸ਼ਾਸਨੀ ਹੈ। ਹੁਣ ਅਸੀਂ ਉਹਨਾਂ ਤੱਤਾਂ ਬਾਰੇ ਚਰਚਾ ਕਰਾਂਗੇ ਜਿਨ੍ਹਾਂ ਤੱਤਾਂ ਦੇ ਦੁਆਰਾ ਉਹਨਾਂ ਨੇ ਇਸ ਵਿਰਾਟ ਪਸਾਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਮੁੱਢਲੀ ਗੱਲ ਇਹ, ਜਿਸ ਤਰ੍ਹਾਂ ਚਾਰਲਸ ਡਾਰਵਿਨ ਨੇ ਮਨੁੱਖ ਦੇ ਜੀਵ ਵਿਕਾਸ ਨੂੰ ਜਿਉਂਦੇ ਬਣੇ ਰਹਿਣ ਦੇ ਉਪਰਾਲਿਆਂ ਅਤੇ ਨੇਚਰ ਦੇ ਅਨੁਕੂਲ ਢਾਲਣ ਦਾ ਵਿਚਾਰ ਦਿੱਤਾ, ਇਸ ਵਿਚਾਰ ਨੂੰ ਜਦੋਂ ਮਾਨਵ ਵਿਗਿਆਨੀਆਂ ਨੇ ਮਨੁੱਖ ਦੇ ਸਾਂਸਕ੍ਰਿਤਿਕ ਵਿਕਾਸ ਤੇ ਲਾਗੂ ਕੀਤਾ ਤਾਂ ਉਹਨਾਂ ਨੇ ਮਨੁੱਖ ਦੇ ਸਾਰੇ ਵਿਸ਼ਵਾਸ ਪ੍ਰਬੰਧ ਨੂੰ ਇੱਕ ਨਵੇਂ ਨਜ਼ਰੀਏ ਤੋਂ ਦੇਖਿਆ ਅਤੇ ਉਹਨਾਂ ਨੇ ਇਸ ਵਿਸ਼ਵਾਸ ਪ੍ਰਬੰਧ ਨੂੰ ਮਨੁੱਖ ਦੇ ਕੁਦਰਤ
ਅਤੇ ਬੰਦੇ ਦੇ ਸੰਘਰਸ਼ ਦੇ ਵਿਚਕਾਰ ਇੱਕ ਸੰਤੁਲਨ ਕਾਇਮ ਕਰਨ, ਇੱਕ ਹੌਸਲਾ ਤੇ ਤਸੱਲੀ ਦੇਣ ਦੇ ਇੱਕ ਟੂਲ ਦੇ ਵਜੋਂ ਸਮਝਣ ਦਾ ਯਤਨ ਕੀਤਾ। ਕਹਿਣ ਦਾ ਭਾਵ ਇਹ ਕਿ ਮਨੁੱਖ ਤੇ ਪ੍ਰਕਿਰਤੀ ਦੇ ਸੰਘਰਸ਼ ਦੇ ਦਰਮਿਆਨ ਮਨੁੱਖ ਜਿੱਥੇ ਆਪਣੇ ਤਰਕ ਦੀ ਵਰਤੋਂ ਕਰ ਰਿਹਾ ਹੈ, ਆਪਣੇ ਸਰੀਰਕ ਬਲ ਦੀ ਵਰਤੋਂ ਕਰ ਰਿਹਾ ਹੈ, ਉੱਥੇ ਹੀ ਇਹ ਸੰਘਰਸ਼ ਕਰਦਾ ਹੋਇਆ ਉਹ ਕੁਝ ਵਿਸ਼ਵਾਸ ਸਿਰਜਦਾ, ਤੇ ਇਹ ਜਿਹੜਾ ਵਿਸ਼ਵਾਸ ਪ੍ਰਬੰਧ ਆ ਇਹ ਉਹਦੀ ਲੋਕਧਾਰਾ ਬਣਦੀ ਹੈ। ਮੈਂ ਇਸ ਚੀਜ਼ ਨੂੰ ਪਹਿਲਾਂ ਹੀ ਸਪਸ਼ਟ ਕਰ ਦੇਣਾ ਚਾਹੁੰਦਾ ਤਾਂ ਕਿ ਅਸੀਂ ਅੱਗੇ ਵਧੇਰੇ ਸਪਸ਼ਟਤਾ ਨਾਲ ਇਸ ਬਾਰੇ ਗੱਲ ਕਰ ਸਕੀਏ। ਇੱਕ ਬਹੁਤ ਸੰਸਾਰ ਪ੍ਰਸਿੱਧ ਪਰਿਭਾਸ਼ਾ ਹੈ ਸੱਭਿਆਚਾਰ ਦੀ, ਹਿਰਸੇਕੋਵਿਟਸ ਹੋਰਾਂ ਦੀ, ਕਿ ਸੱਭਿਆਚਾਰ ਕੁਦਰਤ ਦਾ ਮਨੁੱਖ ਸਿਰਜਿਤ ਭਾਗ ਹੈ। ਹੁਣ ਜੇ ਸੱਭਿਆਚਾਰ ਕੁਦਰਤ ਦਾ ਉਹ ਹਿੱਸਾ ਜਿਹੜਾ ਇਨਸਾਨ ਨੇ ਆਪਣੀ ਬੌਧਿਕ ਅਤੇ ਸਰੀਰਕ ਮਿਹਨਤ ਦੇ ਨਾਲ ਸਿਰਜਿਆ, ਜਦੋਂ ਸੱਭਿਆਚਾਰ ਨੂੰ ਮਨੁੱਖ ਆਪਣੇ ਵਰਤੋਂ ਲਈ ਨਿਰਮਾਣ ਕਰ ਰਿਹਾ, ਉਹ ਤੇ ਕੰਮ ਕਰ ਰਿਹਾ, ਤਾਂ ਇਹ ਕਿਰਤ ਦਾ ਜਨਮ ਆ। ਪਰ ਇਹ ਕਿਰਤ ਸਹੀ ਸਲਾਮਤ ਹੋ ਕੇ ਕਿਸੇ ਨਤੀਜੇ ਨੂੰ ਪ੍ਰਾਪਤ ਹੋ ਜਾਵੇ, ਇਹਦੇ ਵਾਸਤੇ ਜਿਹੜਾ ਉਹ ਵਿਸ਼ਵਾਸ ਪ੍ਰਬੰਧ ਸਿਰਜਦਾ, ਇਹ ਵਿਸ਼ਵਾਸ ਪ੍ਰਬੰਧ ਉਹਦੀ ਲੋਕਧਾਰਾ ਬਣਦੀ ਹੈ। ਕਿਉਂਕਿ ਬਾਕੀ ਜੀਵ ਜਗਤ ਕੋਲ ਇਸ ਤਰ੍ਹਾਂ ਦੇ ਸਵੈ ਦੇ ਅਨੁਭਵ ਅਤੇ ਪ੍ਰਕਿਰਤੀ ਦੇ ਅਨੁਭਵ ਕਰਨ ਦਾ ਅਭਾਵ ਆ। ਕੇਵਲ ਮਾਨਵ ਨੂੰ ਇਹ ਦ੍ਰਿਸ਼ਟੀ ਪ੍ਰਾਪਤ ਹੋਈ ਹੈ ਜੀਵ ਵਿਕਾਸ ਦੇ ਦੌਰਾਨ, ਇੰਨੀ ਜਟਿਲ ਚੇਤਨਾ ਮਨੁੱਖ ਨੇ ਵਿਕਸਿਤ ਕੀਤੀ ਹੈ। ਹੁਣ ਮੈਂ ਬੇਦੀ ਦੇ ਉਹਨਾਂ ਕੁਝ ਤੱਤਾਂ ਬਾਰੇ ਗੱਲ ਕਰਨੀ ਚਾਹੂੰਗਾ ਜਿਨ੍ਹਾਂ ਦੇ ਰਾਹੀਂ ਬੇਦੀ ਨੇ ਲੋਕਧਾਰਾ ਅਧਿਐਨ ਨੂੰ ਅਗਾਂਹ ਵਿਗਿਆਨਕ ਰੂਪ ਦੇ ਵਿੱਚ ਅਧਿਐਨ ਕਰਨ ਦੀ ਸਿਫਾਰਿਸ਼ ਕੀਤੀ। ਇਹਨੂੰ ਮੈਂ ਦੋ ਭਾਗਾਂ ਦੇ ਵਿੱਚ ਵੰਡਾਂਗਾ। ਪਹਿਲੇ ਭਾਗ ਦੇ ਵਿੱਚ ਮੈਂ ਉਹਨਾਂ ਤੱਤਾਂ ਦੀ ਗੱਲ ਕਰਾਂਗਾ, 4 ਤੱਤ। ਉਸ ਤੋਂ ਬਾਅਦ ਅੱਗੇ ਬੇਦੀ ਹੋਰਾਂ ਨੇ ਜਿਹੜਾ ਉਹਦਾ ਵਿਵਹਾਰਕ ਅਧਿਐਨ ਕੀਤਾ ਉਸ ਦੀ ਗੱਲ, ਤੇ ਨਾਲ ਦੀ ਨਾਲ ਇਹਦੀਆਂ ਅਗਾਂਹ ਦੀਆਂ ਸੰਭਾਵਨਾਵਾਂ। ਵਣਜਾਰਾ ਬੇਦੀ ਸਭ ਤੋਂ ਪਹਿਲਾਂ ਜਦੋਂ ਲੋਕਧਾਰਾ ਅਧਿਐਨ ਨੂੰ ਅਧਿਐਨ ਕਰਨ ਦੀ ਕਿਸੇ ਤਰ੍ਹਾਂ ਦੀ ਵੀ ਸਿਫਾਰਿਸ਼ ਕਰਦੇ ਨੇ ਤਾਂ ਇੱਕ ਤੱਤ ਦੀ ਗੱਲ ਵਾਰ-ਵਾਰ ਕਰਦੇ ਨੇ, ਲੋਕ ਮਨ। ਬੇਦੀ ਇਹ ਮੰਨਦੇ ਨੇ ਕਿ ਲੋਕ ਮਨ ਹੀ ਉਹ ਵਿਸ਼ੇਸ਼ ਮਾਨਸਿਕ ਸਥਿਤੀ ਹੈ, ਲੋਕ ਮਨ ਹੀ ਉਹ ਚੇਤਨਾ ਦਾ ਪੱਧਰ ਹੈ ਜਿਹੜਾ ਇਸ ਸਾਰੀ ਸਮੱਗਰੀ ਦੀ ਸਿਰਜਣਾ ਦਾ ਸੂਮਾ ਹੈ। ਇਸ ਤੋਂ ਬਿਨਾਂ ਇਹ ਸਮੱਗਰੀ ਵਿਕਸਿਤ ਨਹੀਂ ਹੋ ਸਕਦੀ। ਬੇਦੀ ਲੋਕ ਮਨ ਬਾਰੇ ਇਹ ਕਹਿੰਦੇ ਨੇ ਕਿ ਲੋਕ ਮਨ ਮਨੁੱਖ ਦੀ ਅਜਿਹੀ ਮਾਨਸਿਕ ਅਵਸਥਾ ਹੈ ਜਿਹਦੇ ਵਿੱਚ ਉਹ ਆਦਮ ਮਾਨਵ ਵਾਂਗ ਪ੍ਰਕਿਰਤੀ ਦਾ ਪ੍ਰਤੱਖਣ ਕਰਦਾ, ਉਹਨੂੰ ਅਨੁਭਵ ਕਰਦਾ ਅਤੇ ਉਸੇ ਤਰ੍ਹਾਂ ਦੇ ਸਿੱਟੇ ਕੱਢਦਾ ਹੈ। ਕਹਿਣ ਦਾ ਮਤਲਬ ਮਾਨਵ ਦੀ ਅਜਿਹੀ ਮਾਨਸਿਕ ਅਵਸਥਾ ਜਿਹੜੀ ਉਹਨੂੰ ਆਦਮ ਮਾਨਵ ਦੇ ਪ੍ਰਵਿਰਤੀ ਦੇ ਪ੍ਰਤੱਖਣ ਦੇ ਨੇੜੇ ਲੈ ਜਾਂਦੀ ਹੈ, ਉਹ ਲੋਕ ਮਨ ਹੈ। ਤੇ ਆਪਣੀ ਇਸ ਧਾਰਨਾ ਨੂੰ ਉਸਾਰਨ ਦੇ ਲਈ ਡਾਕਟਰ ਬੇਦੀ ਕਾਰਲ ਗੁਸਤਾਵ ਜੁੰਗ ਦੀ ਸਮੂਹਕ ਅਵਚੇਤਨ ਦੀ ਧਾਰਨਾ ਦਾ ਹਵਾਲਾ ਦਿੰਦੇ ਨੇ, ਜਿਹਦੇ ਅਨੁਸਾਰ ਮਾਨਵ ਦੇ ਜੀਵ ਵਿਕਾਸ ਕਰਨ ਦੌਰਾਨ ਮਾਨਵ ਦੇ ਬਹੁਤ ਸਾਰੇ ਸੰਸਕਾਰ, ਉਹਦੇ ਵਿਵਹਾਰ ਦੇ ਸੰਸਕਾਰ, ਉਹਦੀਆਂ ਕਲਪਨਾਵਾਂ, ਉਹਦੀਆਂ ਪ੍ਰੇਰਨਾਵਾਂ, ਉਹਦੀਆਂ ਮੂਲ ਪ੍ਰਵਿਰਤੀਆਂ, ਉਹਨਾਂ ਦੇ ਸੰਸਕਾਰ ਬਿੰਬਾਂ ਦੇ ਰੂਪ ਦੇ ਵਿੱਚ ਹਰ ਮਾਨਵ ਦੇ ਮਨ ਦੀਆਂ ਹਨੇਰੀਆਂ ਕੁੰਦਰਾਂ ਦੇ ਵਿੱਚ ਸੰਚਿਤ ਹੋਏ ਪਏ ਨੇ। ਹਰ ਮਾਨਵ ਇਸ ਧਰਤੀ ਦਾ ਇਸ ਸੰਕਲਪ ਦਾ ਧਾਰਨੀ ਹੈ। ਹਰ ਮਾਨਵ ਦੇ ਵਿੱਚ ਇੱਕ ਸਮੂਹਕ ਅਵਚੇਤਨ ਦਾ ਅੰਸ਼ ਪਾਇਆ ਜਾਂਦਾ। ਇਹੋ ਉਹ ਅੰਸ਼ ਆ ਜਦੋਂ ਸਹੀ ਅਨੁਕੂਲ ਜੇਕਰ ਉਹਨੂੰ ਮਾਹੌਲ ਜਾਂ ਵਾਤਾਵਰਨ ਮਿਲੇ ਤਾਂ ਉਹਦੀਆਂ ਆਦਮ ਪ੍ਰਵਿਰਤੀਆਂ ਨੇ ਜਿਹੜੀਆਂ ਉਹ ਜਾਗਰਤ ਹੋ ਜਾਂਦੀਆਂ ਨੇ। ਸੋ ਇਸ ਤੱਤ ਦਾ ਧਾਰਨੀ ਹਰ ਇੱਕ ਵਿਸ਼ਿਸ਼ਟ ਮਨ ਵੀ ਹੁੰਦਾ, ਚਾਹੇ ਉਹ ਕੋਈ ਬਹੁਤ ਪੜ੍ਹਿਆ ਲਿਖਿਆ ਵਿਗਿਆਨਕ ਹੋਵੇ ਤੇ ਜਾਂ ਭਾਵੇਂ ਇੱਕ ਲੋਕ ਸੰਸਕ੍ਰਿਤੀ ਦੇ ਵਿੱਚ ਰਹਿ ਰਿਹਾ ਸਧਾਰਨ ਕਿਸਾਨ ਹੋਵੇ, ਉਹਦੀ ਇਹਦੇ ਵਿੱਚ ਇਹ ਤੱਤ ਸਮਾਨ ਰੂਪ ਦੇ ਵਿੱਚ ਵਿਦਮਾਨ ਹੁੰਦਾ। ਸੋ ਜਿਹੜਾ ਲੋਕ ਮਨ ਹੈ, ਲੋਕ ਮਨ ਦੀਆਂ ਕੁਝ ਪ੍ਰਵਿਰਤੀਆਂ ਨੇ। ਇਹਨਾਂ ਪ੍ਰਵਿਰਤੀਆਂ ਦੇ ਆਧਾਰ ਦੇ ਉੱਤੇ ਬੇਦੀ ਇੱਕ ਖਾਸ ਤਰ੍ਹਾਂ ਦੀ ਲੋਕ ਚੇਤਨਾ ਦੇ ਵਿਕਸਿਤ ਹੋਣ ਦੀ ਗੱਲ ਕਰਦੇ ਨੇ ਤੇ ਇਹਨਾਂ ਪ੍ਰਵਿਰਤੀਆਂ ਦੇ ਅਨੁਸਾਰ ਜਿਉਣ ਨੂੰ ਉਹ ਲੋਕ ਪ੍ਰਵਿਰਤੀਆਂ ਕਹਿੰਦੇ ਨੇ। ਲੋਕ ਮਨ ਦੀਆਂ ਇਹਨਾਂ ਪ੍ਰਵਿਰਤੀਆਂ ਦੇ ਵਿੱਚ ਪ੍ਰਵਿਰਤੀਆਂ ਨੂੰ ਅੱਗੇ ਮੈਂ ਡਿਫਾਈਨ ਕਰੂੰਗਾ ਤਾਂ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਲੋਕ ਮਨ ਦੀ ਜੋ ਪ੍ਰਵਿਰਤੀ ਹੈ ਉਹ ਇਹ ਹੈ ਕਿ ਇਹ ਕਲਪਨਾ ਅਤੇ ਯਥਾਰਥ ਦੇ ਵਿੱਚ ਫਰਕ ਨਹੀਂ ਕਰ ਸਕਦਾ। ਮਤਲਬ ਲੋਕ ਮਨ ਵਾਸਤੇ ਜੋ ਚੀਜ਼ ਤੁਸੀਂ ਕਲਪਨਾ ਕਰ ਸਕਦੇ ਹੋ ਉਹ ਯਥਾਰਥ ਹੈ। ਇਹਦੇ ਅਗਾਂਹ ਇਹ ਸਿੱਟੇ ਨਿਕਲਦੇ ਨੇ ਕਿ ਲੋਕ ਮਨ ਸਮੇਂ ਤੇ ਸਥਾਨ ਦੇ ਬੰਧਨ ਨੂੰ ਵੀ ਪ੍ਰਵਾਹ ਨਹੀਂ ਕਰਦਾ। ਲੋਕ ਮਨ ਇਤਿਹਾਸ ਅਤੇ ਵਰਤਮਾਨ ਇਹਨਾਂ ਨੂੰ ਵੀ ਰਲਗੱਡ ਕਰ ਦਿੰਦਾ। ਕਹਿਣ ਦਾ ਭਾਵ ਇਹ, ਲੋਕ ਮਨ ਜਿਸ ਚੀਜ਼ ਦੀ ਵੀ ਕਲਪਨਾ ਕਰਦਾ ਉਹ ਮੰਨਦਾ ਕਿ ਇਹ ਸੰਭਵ ਆ।
ਦੂਸਰਾ, ਲੋਕਮਨ ਹਮੇਸ਼ਾ ਹੀ ਸਮੂਰਤ ਰੂਪ ਦੇ ਵਿੱਚ ਸੋਚਦਾ। ਲੋਕਮਨ ਦੇ ਵਿੱਚ ਅਮੂਰਤ ਚਿੰਤਨ ਦਾ ਅਭਾਵ ਹੁੰਦਾ। ਕਹਿਣ ਦਾ ਮਤਲਬ ਹੈ ਕੋਈ ਨਾਮ, ਕੋਈ ਭਾਵ, ਕੋਈ ਦ੍ਰਿਸ਼ਟਮਾਨ ਉਸ ਨੂੰ ਅਮੂਰਤ ਰੂਪ ਦੇ ਵਿੱਚ ਲੋਕਮਨ ਪ੍ਰਤੱਖਣ ਨਹੀਂ ਕਰ ਸਕਦਾ। ਉਸ ਦੇ ਲਈ ਜਿਸ ਚੀਜ਼ ਦਾ ਨਾਮ ਹੈ ਉਸ ਚੀਜ਼ ਦਾ ਕੋਈ ਨਾ ਕੋਈ ਰੂਪ ਵੀ ਜ਼ਰੂਰ ਹੁੰਦਾ ਹੋਏਗਾ। ਜੇਕਰ ਉਹ ਪਿਆਰ ਦੇ ਭਾਵ ਦੀ ਗੱਲ ਕੀਤੀ ਜਾਵੇ, ਪਿਆਰ ਇੱਕ ਭਾਵਵਾਚਕ ਨਾਮ ਹੈ, ਪਰ ਲੋਕਮਨ ਇਸ ਨੂੰ ਅਮੂਰਤ ਰੂਪ ਦੇ ਵਿੱਚ ਅਨੁਭਵ ਵਿੱਚ ਨਹੀਂ ਲੈ ਕੇ ਆ ਸਕਦਾ। ਉਸ ਦੇ ਵਾਸਤੇ ਪਿਆਰ ਨੂੰ ਇੱਕ ਆਕਾਰ ਦੇਣਾ ਪਏਗਾ, ਪਿਆਰ ਨੂੰ ਇੱਕ ਸ਼ਕਲ ਦੇਣੀ ਪਏਗੀ। ਉਹ ਹਰ ਚੀਜ਼ ਨੂੰ ਇਸੇ ਤਰ੍ਹਾਂ ਚਿਤਵਦਾ ਹੈ ਜਿਸ ਤਰ੍ਹਾਂ ਲੋਕ ਕਹਾਣੀਆਂ ਦੇ ਵਿੱਚ ਕਲਯੁਗ ਸਮੂਰਤ ਰੂਪ ਦੇ ਵਿੱਚ ਵਿਚਰਦਾ ਸਾਨੂੰ ਨਜ਼ਰ ਆਉਂਦਾ ਹੈ। ਇਸ ਤੋਂ ਬਾਅਦ ਲੋਕਮਨ ਦੀ ਅਗਲੀ ਜੋ ਭਾਵਨਾ ਹੈ ਉਹ ਹੈ ਪ੍ਰੀ ਲੌਜੀਕਲ ਥਿੰਕਿੰਗ, ਜਿਸ ਨੂੰ ਪੂਰਵ ਤਾਰਕਿਕ ਚਿੰਤਨ ਕਿਹਾ ਜਾਂਦਾ ਹੈ। ਪੂਰਵ ਤਾਰਕਿਕ ਚਿੰਤਨ ਦਾ ਮਤਲਬ ਹੈ ਕਿ ਲੋਕਮਨ ਪ੍ਰਕਿਰਤੀ ਤੋਂ ਪ੍ਰਾਪਤ ਹੁੰਦੇ ਅਨੁਭਵ ਨੂੰ ਸਹੀ ਦਿਸ਼ਾ ਦੇ ਵਿੱਚ ਗ੍ਰਹਿਣ ਕਰਨ ਤੋਂ ਅਸਮਰੱਥ ਹੁੰਦਾ ਹੈ। ਇਹ ਨਹੀਂ ਕਿ ਪ੍ਰਕਿਰਤੀ ਦੇ ਵਿੱਚੋਂ ਅਨੁਭਵ ਨੂੰ ਗ੍ਰਹਿਣ ਨਹੀਂ ਕਰ ਪਾ ਰਿਹਾ, ਪ੍ਰਕਿਰਤੀ ਦਾ ਅਨੁਭਵ ਉਹ ਗ੍ਰਹਿਣ ਕਰ ਰਿਹਾ ਹੈ। ਆਦਮ ਮਾਨਵ ਪ੍ਰਕਿਰਤੀ ਦਾ ਅਨੁਭਵ ਆਮ ਜੀਵ ਜਗਤ ਤੋਂ ਵਧੇਰੇ ਤੀਬਰ ਤਰੀਕੇ ਨਾਲ ਅਨੁਭਵ ਕਰ ਰਿਹਾ ਸੀ, ਤਦੇ ਹੀ ਇੰਨੇ ਜਟਿਲ ਸੱਭਿਆਚਾਰ ਤੇ ਸੰਸਕ੍ਰਿਤੀ ਦੀ ਸਿਰਜਣਾ ਹੋ ਪਾਈ। ਪਰ ਉਹਦੀ ਦਿਸ਼ਾ ਹਮੇਸ਼ਾ ਗਲਤ ਹੁੰਦੀ ਹੈ। ਜਿਸ ਤਰ੍ਹਾਂ ਜਾਦੂ ਚਿੰਤਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਇਹ ਤਾਂ ਮਹਿਸੂਸ ਕੀਤਾ ਕਿ ਕਾਰਨ ਕਾਰਜ ਸੰਬੰਧਾਂ ਦੇ ਵਿੱਚ ਚੱਲੀ ਪ੍ਰਕਿਰਤੀ ਆਪਣੇ ਆਪ ਚਲਾਇਮਾਨ ਹੈ, ਪਰੰਤੂ ਕਾਰਨ ਕਾਰਜ ਸੰਬੰਧਾਂ ਨੂੰ ਬਹੁਤ ਉਲਟ ਦਿਸ਼ਾ ਦੇ ਵਿੱਚ ਉਹਨਾਂ ਨੇ ਇਸਤੇਮਾਲ ਕੀਤਾ। ਜਿੱਦਾਂ ਜੇਕਰ ਉਹ ਬਾਰਿਸ਼ ਤੋਂ ਪਹਿਲਾਂ ਦੇ ਮਾਹੌਲ ਦੀ ਨਕਲ ਪ੍ਰਕਿਰਤੀ ਦੇ ਵਿੱਚ ਪੇਸ਼ ਕਰਨਗੇ ਤਾਂ ਸ਼ਾਇਦ ਬਾਰਿਸ਼ ਹੋ ਜਾਏਗੀ। ਇਹ ਜੋ ਤਰਕ ਹੈ ਇਹ ਪੂਰਵ ਤਾਰਕਿਕ ਹੈ, ਇਹ ਤਰਕ ਅਤਾਰਕਿਕ ਤਰਕ ਹੈ। ਅਗਲੀ ਜਿਹੜੀ ਚੀਜ਼ ਬਹੁਤ ਇੰਪੋਰਟੈਂਟ ਲੋਕ ਮੰਨਦੀ ਹੈ ਉਹ ਇਹ ਮੰਨਦਾ ਹੈ ਕਿ ਜੋ ਜਾਦੂ ਚਿੰਤਨ ਹੈ ਉਹ ਪ੍ਰਕਿਰਤੀ ਦੀ ਸਹਿਜ ਸ਼ਕਤੀ ਹੈ। ਜਾਦੂ ਚਿੰਤਨ ਪ੍ਰਕਿਰਤੀ ਦੀ ਸਹਿਜ ਸ਼ਕਤੀ ਹੈ। ਕਹਿਣ ਦਾ ਭਾਵ ਇਹ ਕਿ ਲੋਕਮਨ ਇਹ ਅਨੁਭਵ ਕਰਦਾ ਹੈ ਕਿ ਪ੍ਰਕਿਰਤੀ ਦੇ ਪਿਛਲੀ ਜੋ ਤਾਕਤ ਹੈ ਉਹ ਅਚੇਤ ਅਤੇ ਵਿਅਕਤੀ ਰਹਿਤ ਹੈ ਤੇ ਉਹਨੂੰ ਉਹ ਕਾਰਨ ਕਾਰਜ ਸੰਬੰਧਾਂ ਦੀ ਲੜੀ ਦੀ ਸ਼ੁਰੂਆਤ ਕਰਕੇ ਆਪਣੇ ਕਾਬੂ ਦੇ ਵਿੱਚ ਕਰ ਸਕਦਾ ਹੈ। ਤੇ ਇਸ ਤਰ੍ਹਾਂ ਜਦੋਂ ਲੋਕਮਨ ਅਨੁਭਵ ਕਰਦਾ ਹੈ ਜਾਂ ਆਦਮ ਮਾਨਵ ਅਨੁਭਵ ਕਰਦਾ ਸੀ ਤਾਂ ਉਹਦੇ ਨਾਲ ਜਿਹੜੀਆਂ ਮੈਂ ਪਹਿਲਾਂ ਚਰਚਾ ਕਰਕੇ ਹਟਿਆ ਕਿ ਕਲਪਨਾ ਤੇ ਯਥਾਰਥ ਦਾ ਫਰਕ ਮਿਟ ਜਾਂਦਾ। ਜਦੋਂ ਤੁਸੀਂ ਕੁਝ ਵੀ ਕ੍ਰੀਏਟ ਕਰ ਸਕਦੇ ਹੋ, ਜਦੋਂ ਤੁਸੀਂ ਪ੍ਰਕਿਰਤੀ ਦੇ ਵਿੱਚ ਕਾਰਨ ਪੈਦਾ ਕਰਕੇ ਕਾਰਜ ਆਪਣੇ ਹਿਸਾਬ ਨਾਲ ਪੈਦਾ ਕਰ ਸਕਦੇ ਹੋ, ਤਾਂ ਲਗਭਗ ਕੁਝ ਵੀ ਇਹੋ ਜਿਹਾ ਨਹੀਂ ਹੁੰਦਾ ਜੋ ਤੁਹਾਡੇ ਲਈ ਅਸੰਭਵ ਹੋਵੇ। ਇਹੋ ਚੀਜ਼ ਉਹਨੂੰ ਮਜਬੂਰ ਕਰਦੀ ਸੀ ਕਿ ਉਹ ਕਲਪਨਾ ਅਤੇ ਯਥਾਰਥ ਨੂੰ ਰਲਗੱਡ ਕਰ ਲਵੇ, ਕਿਉਂਕਿ ਉਹਦੇ ਲਈ ਸਮੇਂ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਯਾਤਰਾ ਕਰਨਾ, ਇਤਿਹਾਸ ਦੇ ਕਿਸੇ ਪੁਰਖ ਦੇ ਨਾਲ ਮਿਲ ਆਉਣਾ ਤੇ ਕਿਸੇ ਵੀ ਕਲਪਨਾ ਨੂੰ ਸਾਕਾਰ ਕਰ ਲੈਣਾ ਜਾਦੂ ਚਿੰਤਨ ਦੇ ਅਨੁਸਾਰ ਬਿਲਕੁਲ ਸੰਭਵ ਸੀ। ਸੋ ਜਾਦੂ ਚਿੰਤਨ ਉਹਦੇ ਲਈ ਇੱਕ ਹਕੀਕਤ ਸੀ ਤੇ ਪ੍ਰਕਿਰਤੀ ਦੀ ਸਹਿਜ ਸ਼ਕਤੀ ਸੀ ਜਿਹਨੂੰ ਉਹ ਆਪਣੇ ਜਿਉਂਦੇ ਬਣੇ ਰਹਿਣ ਲਈ ਇਸਤੇਮਾਲ ਕਰਦਾ ਸੀ। ਤੇ ਇਹਨੇ ਮਾਨਵ ਨੂੰ ਬਹੁਤ ਵੱਡਾ ਆਸਰਾ ਦਿੱਤਾ, ਕਿਉਂਕਿ ਨਹੀਂ ਤਾਂ ਇੰਨੀ ਵਿਰਾਟ ਪ੍ਰਕਿਰਤੀ ਦੇ ਅੱਗੇ ਇੰਨੇ ਘੱਟ ਸਾਧਨਾਂ ਨਾਲ ਆਦਮ ਮਾਨਵ ਜਿਉਂਦਾ ਨਹੀਂ ਸੀ ਰਹਿ ਸਕਦਾ, ਕਿਉਂਕਿ ਇਹ ਸਭ ਤੋਂ ਕਮਜ਼ੋਰ ਜੀਵ ਸੀ ਤੇ ਪ੍ਰਕਿਰਤੀ ਦੇ ਵਿੱਚ ਇਹਦਾ ਸਮਾਪਤ ਹੋ ਜਾਣਾ ਬੜਾ ਸੌਖਾ ਸੀ। ਉਸ ਤੋਂ ਬਾਅਦ ਜੋ ਲੋਕਮਨ ਦੀ ਇੱਕ ਹੋਰ ਬੜੀ ਜ਼ਰੂਰੀ ਪ੍ਰਵਿਰਤੀ ਹੈ ਉਹ ਇਹ ਹੈ ਕਿ ਇਹ ਨੀਂਦ ਤੇ ਜਾਗਰਤ ਅਵਸਥਾ ਦੋਨਾਂ ਦੇ ਵਿੱਚ ਫਰਕ ਨਹੀਂ ਕਰ ਸਕਦਾ। ਲੋਕਮਨ ਇਹ ਮੰਨਦਾ ਸੀ ਕਿ ਵਿਅਕਤੀ ਨੀਂਦ ਦੇ ਵਿੱਚ ਵੀ ਜਿਹੜੀ ਚੀਜ਼ ਦਾ ਅਨੁਭਵ ਕਰ ਰਿਹਾ, ਉਹ ਨੀਂਦ ਦੇ ਵਿੱਚ ਅਨੁਭਵ ਕੀਤੀਆਂ ਜਾ ਰਹੀਆਂ ਜੋ ਵਸਤੂਆਂ ਨੇ ਉਹਨਾਂ ਨੂੰ ਹਕੀਕੀ ਰੂਪ ਦੇ ਵਿੱਚ ਹੀ ਪ੍ਰਵਾਨ ਕਰਦਾ ਸੀ। ਇੱਥੋਂ ਇਸ ਧਾਰਨਾ ਦਾ ਵਿਕਾਸ ਹੋਇਆ ਕਿ ਜੋ ਮਾਨਵ ਹੈ ਇਹਦੇ ਅੰਦਰ ਕਿਸੇ ਤਰ੍ਹਾਂ ਦੀ ਆਤਮ ਤੱਤ ਦੀ ਮੌਜੂਦਗੀ ਹੈ ਜੋ ਸੁਪਨੇ ਦੇ ਵਿੱਚ ਭ੍ਰਮਣ ਕਰਦੀ ਹੈ। ਸੋ ਸੁਪਨੇ ਦੇ ਵਿੱਚ ਜਦੋਂ ਆਦਮੀ ਕਿਤੇ ਭ੍ਰਮਣ ਕਰੇਗਾ ਤਾਂ ਉਸ ਕੋਲ ਹੋਰ ਵਸਤੂਆਂ ਵੀ ਹੋਣਗੀਆਂ, ਕਿਉਂਕਿ ਉਹਦੀ ਇੱਕ ਸਪੇਸ ਹੋਏਗੀ ਜਾਂ ਹੋਰ ਵਿਅਕਤੀ ਵੀ ਉਹਨੂੰ ਮਿਲ ਸਕਦੇ ਨੇ। ਤਾਂ ਇੱਥੋਂ ਆਦਮ ਮਾਨਵ ਨੇ ਇਹ ਸਿੱਟਾ ਕੱਢਿਆ ਕਿ ਜੇਕਰ ਉਹਦੇ ਅੰਦਰ ਆਤਮ ਤੱਤ ਹੈ ਤਾਂ ਹੋਰ ਜਿਹੜੇ ਚੇਤਨ ਜਾਂ ਜੜ ਵਸਤੂ ਜਾਂ ਵਿਅਕਤੀ ਉਹਨਾਂ ਨੂੰ ਸੁਪਨੇ ਦੇ ਵਿੱਚ ਮਿਲ ਰਹੇ ਨੇ ਤਾਂ ਉਹਨਾਂ ਦੇ ਵਿੱਚ ਵੀ ਆਤਮ ਤੱਤ ਹੋਏਗਾ। ਇੱਥੋਂ ਜੀਵਵਾਦ ਦੀ ਧਾਰਨਾ ਦਾ ਵਿਕਾਸ ਹੁੰਦਾ ਹੈ ਜਿਹਨੂੰ ਸਰਬ ਚੇਤਨਵਾਦ ਵੀ ਕਿਹਾ ਜਾਂਦਾ ਹੈ ਕਿ ਹਰ ਇੱਕ ਚੀਜ਼ ਪ੍ਰਾਣਧਾਰੀ ਹੈ। ਇਸੇ ਚਿੰਤਨ ਨੇ ਜੋ ਸਾਡੀ ਹਿੰਦੂ ਮਾਈਥੋਲੋਜੀ ਹੈ ਉਹਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਆਗਾਜ਼ ਕੀਤਾ, ਉਹਨਾਂ ਨੂੰ ਪੈਦਾ ਕੀਤਾ ਤੇ ਪੂਰੇ ਸੰਸਾਰ ਦੇ ਵਿੱਚ
ਜੋ ਪ੍ਰਕਿਰਤਿਕ ਤੱਤ ਨੇ ਉਹਨਾਂ ਦਾ ਦੈਵੀਕਰਨ ਕੀਤਾ। ਸੋ ਇਹ ਮੂਲ ਕੁਝ ਪ੍ਰਵਿਰਤੀਆਂ ਨੇ ਜਿਹੜੀਆਂ ਲੋਕ ਮਨ ਨੂੰ ਦਿਸ਼ਾ ਦਿੰਦੀਆਂ ਨੇ ਤੇ ਲੋਕ ਮਨ ਇਸ ਤਰ੍ਹਾਂ ਸੋਚਦਾ। ਹੁਣ ਇਸ ਤੋਂ ਬਾਅਦ ਜਿੰਨੀਆਂ ਵੀ ਬੇਦੀ ਹੋਰਾਂ ਨੇ ਧਾਰਨਾਵਾਂ ਦਿੱਤੀਆਂ, ਉਹ ਧਾਰਨਾਵਾਂ ਆਪਸ ਦੇ ਵਿੱਚ ਅੰਤਰ ਸੰਬੰਧਿਤ ਨੇ। ਜਿਸ ਤਰ੍ਹਾਂ ਬੇਦੀ ਹੋਰੀ ਅਗਾਂਹ ਧਾਰਨਾ ਦਿੰਦੇ ਨੇ ਲੋਕ ਸੰਸਕ੍ਰਿਤੀ, ਲੋਕ ਰੂੜੀ ਅਤੇ ਲੋਕ ਧਰਮ ਦੀ। ਲੋਕ ਰੂੜੀ ਬਾਰੇ ਗੱਲ ਕਰਦੇ ਬੇਦੀ ਇਹ ਕਹਿੰਦੇ ਨੇ ਕਿ ਜਦੋਂ ਤੁਸੀਂ ਕਿਸੇ ਸੰਸਕ੍ਰਿਤੀ ਦੇ ਸਾਹਿਤ ਜਾਂ ਉਸ ਸੰਸਕ੍ਰਿਤੀ ਦੇ ਵਿਵਹਾਰ ਨੂੰ ਸਮਝਣ ਦਾ ਯਤਨ ਕਰੋਗੇ ਤਾਂ ਤੁਹਾਨੂੰ ਉਹਨਾਂ ਦੀਆਂ ਲੋਕ ਰੂੜੀਆਂ ਦਾ ਅਧਿਐਨ ਕਰਨਾ ਚਾਹੀਦਾ ਹੈ। ਲੋਕ ਰੂੜੀਆਂ ਬਾਰੇ ਅਧਿਐਨ ਕਰਦੇ ਹੋਏ ਉਹ ਫਿਰ ਲੋਕ ਮਨ ਨੂੰ ਆਧਾਰ ਬਣਾਉਂਦੇ ਨੇ। ਬੇਦੀ ਕਹਿੰਦੇ ਨੇ ਕਿ ਕਿਸੇ ਵੀ ਖਿੱਤੇ ਦੇ ਲੋਕਾਂ ਦਾ ਖਾਸ ਕਿਸਮ ਦੇ ਪੈਟਰਨ ਦੇ ਵਿੱਚ ਢਲਿਆ ਹੋਇਆ ਵਿਵਹਾਰ, ਕਿਸੇ ਵੀ ਖਿੱਤੇ ਦੇ ਲੋਕਾਂ ਦਾ ਖਾਸ ਕਿਸਮ ਦੇ ਪੈਟਰਨ ਦੇ ਵਿੱਚ ਢਲਿਆ ਹੋਇਆ ਵਿਵਹਾਰ ਜੋ ਲੋਕ ਮਨ ਦੀਆਂ ਪ੍ਰਵਿਰਤੀਆਂ ਦੇ ਅਨੁਕੂਲ ਹੋਵੇ, ਉਹਨਾਂ ਦੀਆਂ ਲੋਕ ਰੂੜੀਆਂ ਦੀ ਸਿਰਜਣਾ ਕਰਦਾ ਹੈ। ਇਹ ਵਿਵਹਾਰ ਮਾਨਵ ਦੀਆਂ ਮੂਲ ਪ੍ਰਵਿਰਤੀਆਂ ਨੂੰ ਵਧੇਰੇ ਸਮਾਜਿਕ ਰੂਪ ਦੇ ਵਿੱਚ ਵਰਤੋਂਯੋਗ ਬਣਾਉਣ ਲਈ ਬੰਦੇ ਦੇ ਸਿਰਜੇ ਕਾਇਦੇ ਕਾਨੂੰਨ, ਉਹਨਾਂ ਦਾ ਸਾਕਾਦਾਰੀ ਪ੍ਰਬੰਧ, ਭਾਵ ਮਾਨਵ ਦੇ ਹਰ ਕਿਸਮ ਦੇ ਜੀਵਨ ਵਿਵਹਾਰ ਦੇ ਨਾਲ ਸੰਬੰਧਿਤ ਜਿੰਨੇ ਵੀ ਕਾਰਜਕ੍ਰਮ ਨੇ, ਉਹਨਾਂ ਨੇ ਕਿੱਦਾਂ, ਕਿਸ ਤਰ੍ਹਾਂ, ਕਿਸ ਸਥਿਤੀ ਦੇ ਵਿੱਚ ਕਿਵੇਂ ਬਿਹੇਵ ਕਰਨਾ, ਜਾਂ ਉਹਨਾਂ ਦੇ ਕਿਰਦਾਰ ਦੇ ਮਿਆਰ ਕੀ ਹੋਣਗੇ, ਜਾਂ ਉਹ ਕਿਸ ਦਿਸ਼ਾ ਦੇ ਵਿੱਚ ਕਿਸ ਤਰ੍ਹਾਂ ਸੋਚਣ, ਸਭੋ ਦਿਸ਼ਾਵਾਂ ਦੇ ਵਿੱਚ ਸੋਚਣ ਦੇ ਕੁਝ ਪੈਟਰਨ ਨਿਸ਼ਚਿਤ ਕੀਤੇ ਜਾਂਦੇ ਨੇ। ਤੇ ਇਹ ਪੈਟਰਨ ਜੋ ਹੁੰਦੇ ਨੇ ਇਹ ਲੋਕ ਮਨ ਦੁਆਰਾ ਨਿਰਦੇਸ਼ਿਤ ਹੁੰਦੇ ਨੇ ਤੇ ਲੋਕ ਰੂੜੀਆਂ ਕਿਸੇ ਜਾਤੀ ਦੀ ਵਿਸ਼ੇਸ਼ ਪਛਾਣ ਹੁੰਦੀਆਂ ਨੇ। ਭਾਵੇਂ ਸਾਰੇ ਮਾਨਵ ਦੇ ਜੋ ਮਨ ਦੀ ਸਾਂਝ ਹੈ ਉਹ ਵਿਆਪਕ ਹੈ, ਪਰੰਤੂ ਬਹੁਤ ਸਾਰੀਆਂ ਭੂਗੋਲਿਕ ਸਥਿਤੀਆਂ ਕਾਰਨ, ਬਹੁਤ ਸਾਰੇ ਰਾਜਨੀਤਿਕ ਕਾਰਨਾਂ ਕਾਰਨ ਤੇ ਵਿਅਕਤੀ ਦੀ ਅਲੱਗ-ਅਲੱਗ ਤਰ੍ਹਾਂ ਦੀ ਚੁਣੌਤੀਆਂ ਨੂੰ ਐਡਰੈਸ ਕਰਨ ਦੀ ਭਾਵਨਾ ਕਾਰਨ ਲੋਕ ਰੂੜੀਆਂ ਦੇ ਵਿੱਚ ਪਰਿਵਰਤਨ ਵਾਪਰਦੇ ਰਹਿੰਦੇ ਨੇ। ਸੋ ਜੋ ਲੋਕ ਰੂੜੀਆਂ ਹੁੰਦੀਆਂ ਨੇ ਇਹ ਕਿਸੇ ਖਿੱਤੇ ਦੇ ਲੋਕਾਂ ਦੀ ਵਿਸ਼ੇਸ਼ ਪਹਿਚਾਣ ਹੁੰਦੀਆਂ ਨੇ। ਇਹ ਇਹਨਾਂ ਦੇ ਜੀਵਨ ਅਨੁਭਵ ਨੂੰ ਇੱਕ ਖਾਸ ਦਿਸ਼ਾ ਦੇ ਵਿੱਚ ਖੋਰ-ਖੋਰ ਕੇ ਇਕੱਠੀਆਂ ਕਰਦੀਆਂ ਰਹਿੰਦੀਆਂ ਨੇ, ਜਿਨ੍ਹਾਂ ਤੋਂ ਲੋਕ ਰੂੜੀ ਦੀ ਸਿਰਜਣਾ ਹੁੰਦੀ ਹੈ। ਇਸ ਨੂੰ ਅਸੀਂ ਅਗਾਂਹ ਬੇਦੀ ਦੀ ਕਥਾ ਪਰੰਪਰਾ ਦੇ ਸੰਬੰਧ ਦੇ ਵਿੱਚ ਗੱਲ ਕਰਦੇ ਹੋਏ ਕਥਾਨਕ ਰੂੜੀ ਦੇ ਸੰਦਰਭ ਦੇ ਵਿੱਚ ਚਰਚਾ ਕਰਾਂਗੇ। ਇਸ ਤੋਂ ਬਾਅਦ ਵਣਜਾਰਾ ਬੇਦੀ ਸੰਕਲਪ ਦਿੰਦੇ ਨੇ ਲੋਕ ਧਰਮ ਦਾ। ਸੋ ਜੋ ਲੋਕ ਧਰਮ ਦਾ ਸੰਕਲਪ ਹੈ, ਇਹਨਾਂ ਦੇ ਉੱਤੇ ਡਾਕਟਰ ਬੇਦੀ ਹੋਰਾਂ ਦੀ ਇੱਕ ਪੂਰਨ ਕਿਤਾਬ ਲਿਖੀ ਹੋਈ ਪ੍ਰਾਪਤ ਹੁੰਦੀ ਹੈ। ਲੋਕ ਧਰਮ ਦੇ ਬਾਰੇ ਚਰਚਾ ਕਰਦੇ ਹੋਏ ਵਣਜਾਰਾ ਬੇਦੀ ਇਹ ਕਹਿੰਦੇ ਨੇ ਕਿ ਮਾਨਵ ਨੇ 3 ਤਰ੍ਹਾਂ ਦੇ ਚਿੰਤਨ ਸਿਰਜੇ। ਮਾਨਵ ਦਾ ਸੰਸਕ੍ਰਿਤਿਕ ਵਿਕਾਸ ਹੈ ਜੋ, ਜਿਸ ਨੂੰ ਅਸੀਂ ਲੋਕਧਾਰਾ ਕਹਿੰਦੇ ਹਾਂ, ਇਹ ਅਸਲ ਦੇ ਵਿੱਚ ਮਾਨਵ ਮਨ ਦੀ ਚੇਤਨਾ ਦੇ ਵਿਕਾਸ ਦੀ ਹੀ ਕਹਾਣੀ ਹੈ, ਇਸ ਤੋਂ ਬਾਅਦ ਹੋਰ ਕੁਝ ਨਹੀਂ। ਸਭ ਤੋਂ ਪਹਿਲੀ ਅਵਸਥਾ ਦੇ ਵਿੱਚ ਮਾਨਵ ਨੇ ਪ੍ਰਕਿਰਤੀ ਦੇ ਪਿਛਲੀ ਤਾਕਤ ਨੂੰ ਅਚੇਤ ਅਤੇ ਵਿਅਕਤੀ ਰਹਿਤ ਅਨੁਭਵ ਕੀਤਾ ਤੇ ਉਹਨੇ ਜੋ ਸਿੱਟੇ ਕੱਢੇ ਉਹਨਾਂ ਦੇ ਆਧਾਰ ਤੇ ਜਾਦੂ ਚਿੰਤਨ ਵਿਕਸਿਤ ਕੀਤਾ, ਜਿਹਦੇ ਵਿੱਚ ਉਸਨੇ ਨਕਲ ਜਾਦੂ ਅਤੇ ਸਪਰਸ਼ ਜਾਦੂ ਦੁਆਰਾ ਪ੍ਰਕਿਰਤੀ ਨੂੰ ਕਾਬੂ ਕਰਨ ਦਾ ਯਤਨ ਕੀਤਾ। ਨਕਲ ਜਾਦੂ ਦੀਆਂ ਧਾਰਨਾਵਾਂ ਦੇ ਅਨੁਸਾਰ ਨਕਲ ਤੇ ਅਸਲ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਪ੍ਰਕਿਰਤੀ ਦੇ ਵਿੱਚ ਜੇ ਤੁਸੀਂ ਕਿਸੇ ਚੀਜ਼ ਦੀ ਨਕਲ ਪੈਦਾ ਕਰੋਗੇ ਤਾਂ ਪ੍ਰਕਿਰਤੀ ਅਚੇਤ ਅਤੇ ਵਿਅਕਤੀ ਰਹਿਤ ਹੋਣ ਕਰਕੇ ਉਹਦੇ ਵਿੱਚ ਕੋਈ ਫਰਕ ਮਹਿਸੂਸ ਨਹੀਂ ਕਰ ਦਿੰਦੀ, ਤਾਂ ਉਹ ਨਕਲ ਤੇ ਅਸਲ ਦੇ ਵਿੱਚ ਫਰਕ ਨਾ ਮਹਿਸੂਸ ਕਰਦੀ ਹੋਈ ਤੁਹਾਡੀ ਕਾਰਜ ਸਿੱਧੀ ਕਰ ਦਿੰਦੀ ਹੈ, ਜਿਸ ਵਾਸਤੇ ਮੈਂ ਸੰਪ੍ਰਭਾਵੀ ਸ਼ਬਦ ਦੀ ਵਰਤੋਂ ਕੀਤੀ ਹੈ ਆਪਣੇ ਥੀਸਿਸ ਵਿੱਚ। ਉਸ ਤੋਂ ਬਾਅਦ ਅਗਲਾ ਜੋ ਸੰਕਲਪ ਦਿੱਤਾ ਉਹ ਸਪਰਸ਼ ਜਾਦੂ ਦਾ ਦਿੱਤਾ। ਸਪਰਸ਼ ਜਾਦੂ ਦੀਆਂ ਧਾਰਨਾਵਾਂ ਅਨੁਸਾਰ ਜੇਕਰ ਪ੍ਰਕਿਰਤੀ ਵਿੱਚ 2 ਚੀਜ਼ਾਂ ਇੱਕ ਵਾਰ ਸੰਪਰਕ ਦੇ ਵਿੱਚ ਨੇ ਤਾਂ ਉਹ ਚੀਜ਼ਾਂ ਸਦਾ ਹੀ ਸੰਪਰਕ ਦੇ ਵਿੱਚ ਰਹਿਣਗੀਆਂ। ਸੋ ਇੱਥੋਂ ਵਿਅਕਤੀ ਨੇ ਜਾਦੂ ਚਿੰਤਨ ਦੀ ਸ਼ੁਰੂਆਤ ਕੀਤੀ, ਜੋ ਕਿ ਇੱਕ ਪੂਰਾ ਯੁੱਗ ਰਿਹਾ। ਉਸ ਤੋਂ ਬਾਅਦ ਜਦੋਂ ਵਿਅਕਤੀ ਨੇ ਹੌਲੀ-ਹੌਲੀ ਇਹ ਅਨੁਭਵ ਕੀਤਾ ਕਿ ਪ੍ਰਕਿਰਤੀ ਉਸ ਦੀ ਗੱਲ ਨਹੀਂ ਮੰਨ ਰਹੀ ਜਾਂ ਪ੍ਰਕਿਰਤੀ ਉਹਦੇ ਹੁਕਮ ਦਾ ਪਾਲਣ ਨਹੀਂ ਕਰ ਰਹੀ, ਤਾਂ ਇਸ ਚੀਜ਼ ਨੇ ਮਾਨਵ ਨੂੰ ਧਰਮ ਦੇ ਵੱਲ ਤੋਰਿਆ। ਧਰਮ ਚਿੰਤਨ ਦੇ ਵਿੱਚ ਪ੍ਰਕਿਰਤੀ ਪਿਛਲੀ ਤਾਕਤ ਅਚੇਤ ਅਤੇ ਵਿਅਕਤੀ ਰਹਿਤ ਨਹੀਂ ਹੈ, ਸਗੋਂ ਪ੍ਰਕਿਰਤੀ ਪਿਛਲੀ ਤਾਕਤ ਸੁਚੇਤ ਹੈ ਤੇ ਤੁਸੀਂ ਉਸ ਨੂੰ ਆਦੇਸ਼ ਜਾਂ ਹੁਕਮ ਨਹੀਂ ਦੇ ਸਕਦੇ।
ਤੁਸੀਂ ਉਸ ਦੇ ਅੱਗੇ ਸਿਰਫ ਫਰਿਆਦ ਕਰ ਸਕਦੇ ਹੋ, ਉਸ ਦੀ ਪੂਜਾ ਅਰਚਨਾ ਕਰ ਸਕਦੇ ਹੋ। ਤੇ ਇਸ ਦਾ ਇੱਕ ਵਿਸ਼ੇਸ਼ ਧਰਮ ਗ੍ਰੰਥ ਹੁੰਦਾ ਹੈ, ਇਹਦਾ ਇੱਕ ਪੈਗੰਬਰ ਹੁੰਦਾ ਹੈ। ਇਸ ਬਾਰੇ ਅੱਗੇ ਅਗਾਂਹ ਚਰਚਾ ਕਰਾਂਗੇ ਅਸੀਂ ਲੋਕ ਧਰਮ ਦੀ ਚਰਚਾ ਕਰਦੇ ਹੋਏ। ਤੇ ਤੀਜਾ ਚਿੰਤਨ ਵਿਗਿਆਨਕ ਚਿੰਤਨ ਹੈ, ਜਿਹਦੇ ਵਿੱਚ ਪ੍ਰਕਿਰਤੀ ਦੇ ਪਿਛਲੀ ਤਾਕਤ ਉਸੇ ਤਰ੍ਹਾਂ ਅਚੇਤ ਅਤੇ ਵਿਅਕਤੀ ਰਹਿਤ ਹੈ, ਜਿਸ ਤਰ੍ਹਾਂ ਜਾਦੂ ਚਿੰਤਨ ਮੰਨਦਾ ਸੀ। ਪਰੰਤੂ ਇਹਨਾਂ ਦੀ ਜੋ ਕਾਰਨ ਕਾਰਜ ਸੰਬੰਧਾਂ ਦੀ ਲੜੀ ਹੈ, ਇਹ ਜਾਦੂ ਚਿੰਤਨ ਵਰਗੀ ਨਹੀਂ, ਇਹ ਪੂਰਵ ਤਾਰਕਿਕ ਨਹੀਂ, ਇਹ ਤਰਕ ਪੂਰਨ ਹੈ। ਪਰੰਤੂ ਜਾਦੂ ਚਿੰਤਨ ਵਾਂਗ ਵਿਗਿਆਨਕ ਚਿੰਤਨ ਵੀ ਇਹ ਮੰਨਦਾ ਹੈ ਕਿ ਪ੍ਰਕਿਰਤੀ ਦੇ ਪਿੱਛੇ ਕੋਈ ਤਾਕਤ ਨਹੀਂ, ਪ੍ਰਕਿਰਤੀ ਅਚੇਤ ਅਤੇ ਵਿਅਕਤੀ ਰਹਿਤ ਹੈ ਤੇ ਕਾਰਨ ਕਾਰਜ ਸੰਬੰਧਾਂ ਦੇ ਵਿੱਚ ਬੰਨੀ ਚੱਲ ਰਹੀ ਹੈ। ਹੁਣ ਜੋ ਲੋਕ ਧਰਮ ਹੈ, ਲੋਕ ਧਰਮ ਜਾਦੂ ਅਤੇ ਵਿਸ਼ਿਸ਼ਟ ਧਰਮ, ਇਹਨਾਂ ਦੇ ਵਿਚਕਾਰ ਵਾਪਰਦਾ ਇੱਕ ਪੜਾਅ ਹੈ। ਮੋਟੇ ਰੂਪ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜੋ ਲੋਕ ਧਰਮ ਹੈ, ਇਹ ਜਾਦੂ ਦਾ ਇੱਕ ਕਲਿਆਣਕਾਰੀ ਪੱਖ ਹੈ। ਜਦੋਂ ਜਾਦੂ ਨੂੰ ਇਸ ਭਾਵਨਾ ਨਾਲ ਨਿਭਾਇਆ ਗਿਆ ਕਿ ਇਸ ਨੂੰ ਕੇਵਲ ਮਾਨਵੀ ਕਲਿਆਣ ਦੇ ਰੂਪ ਦੇ ਵਿੱਚ ਹੀ ਇਸਤੇਮਾਲ ਕੀਤਾ ਜਾਵੇ ਅਤੇ ਇਹਦੇ ਵਿੱਚ ਆਦੇਸ਼ ਦੀ ਸੁਰ ਨਾਲੋਂ ਹਲਕੀ ਜੀ ਨਰਮ ਸੁਰ ਵਰਤੀ ਗਈ, ਇਹਦੀ ਆਦੇਸ਼ ਦੀ ਸੁਰ ਠੰਡੀ ਪੈਂਦੀ ਗਈ ਅਤੇ ਪੂਜਾ ਦੀ ਭਾਵਨਾ ਵਧੇਰੇ ਵਿਕਸਿਤ ਹੁੰਦੀ ਗਈ, ਤਾਂ ਲੋਕ ਧਰਮ ਦਾ ਜੋ ਹੈ ਉਹ ਜਨਮ ਹੁੰਦਾ ਹੈ। ਸੋ ਲੋਕ ਧਰਮ ਹੀ ਉਹ ਪੜਾਅ ਹੈ ਜਦੋਂ ਮਿਥਕਾਂ ਦਾ ਉਥਾਨ ਹੁੰਦਾ ਹੈ, ਕਿਉਂਕਿ ਇਸੇ ਦੌਰਾਨ ਹੀ ਸਰਵ ਚੇਤਨਵਾਦ ਦੇ ਸੰਕਲਪ ਦੁਆਰਾ ਮਾਨਵ ਪ੍ਰਕਿਰਤੀ ਦਾ ਮਾਨਵੀਕਰਨ ਕਰਦਾ ਹੈ ਤੇ ਇਸੇ ਪੜਾਅ ਦੇ ਉੱਤੇ ਹੀ ਮਾਨਵ ਮਿੱਥਾਂ ਦੀ ਸਿਰਜਣਾ ਕਰਦਾ ਹੈ, ਜਿਹੜੀਆਂ ਕਿ ਅਗਾਂਹ ਜਾ ਕੇ ਧਰਮ ਦਾ ਆਧਾਰ ਬਣਦੀਆਂ ਹਨ। ਸੋ ਬੇਦੀ ਹੋਰਾਂ ਨੇ ਇਸ ਤਰ੍ਹਾਂ ਲੋਕ ਧਰਮ ਦੇ ਸੰਕਲਪ ਰਾਹੀਂ ਸਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕਧਾਰਾ ਦਾ ਕਿਸ ਤਰ੍ਹਾਂ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਬੇਦੀ ਹੋਰਾਂ ਨੇ ਜੋ ਮੱਧਕਾਲ ਦੇ ਕਥਾ ਸਾਹਿਤ ਦੇ ਉੱਪਰ ਸਾਨੂੰ ਜਾਣਕਾਰੀ ਦਿੱਤੀ, ਜਾਂ ਮੱਧਕਾਲ ਦੇ ਕਥਾ ਸਾਹਿਤ ਨੂੰ ਅਧਿਐਨ ਕਰਨ ਦਾ ਜੋ ਮਾਡਲ ਸਾਨੂੰ ਦਿੱਤਾ, ਉਹ ਮਾਡਲ ਵੀ ਬੇਦੀ ਦੀਆਂ ਇਹਨਾਂ ਧਾਰਨਾਵਾਂ ਦੇ ਉੱਤੇ ਹੀ ਉਸਾਰਿਆ ਗਿਆ ਹੈ। ਕਹਿਣ ਦਾ ਭਾਵ ਇਹ ਕਿ ਲੋਕ ਰੂੜੀ, ਲੋਕ ਸੰਸਕ੍ਰਿਤੀ, ਲੋਕ ਧਰਮ, ਜਾਦੂ ਚਿੰਤਨ, ਇਹ ਸਾਰਾ ਜੋ ਮਾਡਲ ਬੇਦੀ ਨੇ ਉਸਾਰਿਆ, ਇਹਦੇ ਆਧਾਰ ਦੇ ਉੱਤੇ ਹੀ ਉਹਨਾਂ ਨੇ ਉਹਦਾ ਵਿਵਹਾਰਕ ਅਧਿਐਨ ਪੇਸ਼ ਕੀਤਾ। ਸੋ ਇਹ ਇੱਕ ਬਹੁਤ ਲੰਮਾ ਚੌੜਾ ਟੌਪਿਕ ਤੇ ਆਪਸ ਦੇ ਵਿੱਚ ਜੁੜਿਆ ਹੋਇਆ ਟੌਪਿਕ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਸ ਨੂੰ ਇਸ ਛੋਟੇ ਟਾਈਮ ਸਪੈਨ ਦੇ ਵਿੱਚ ਪਰੋ ਸਕਾਂ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਬੇਦੀ ਨੇ ਜੇਮਸ ਫਰੇਜ਼ਰ ਹੋਣਾ ਤੋਂ ਜਾਦੂ ਚਿੰਤਨ ਦੀਆਂ ਧਾਰਨਾਵਾਂ ਲੈ ਕੇ ਵਿਕਸਿਤ ਕੀਤੀਆਂ ਅਤੇ ਈਬੀ ਟਾਇਲਰ ਹੋਣਾ ਤੋਂ ਉਹਨਾਂ ਨੇ ਜੀਵਵਾਦ ਦਾ ਸਿਧਾਂਤ ਲਿਆ ਤੇ ਆਤਮਾ ਦਾ ਸਿਧਾਂਤ ਲਿਆ, ਤੇ ਉਸ ਆਧਾਰ ਦੇ ਉੱਤੇ ਉਹਨਾਂ ਨੇ ਲੋਕ ਧਰਮ ਦੇ ਜੋ ਚਿੰਤਨ ਸੀ ਉਹਦੇ ਉੱਤੇ ਇੱਕ ਪੂਰੀ ਪੁਸਤਕ ਸਾਨੂੰ ਦਿੱਤੀ ਤੇ ਸਾਨੂੰ ਦੱਸਿਆ ਕਿ ਜੋ ਲੋਕ ਸੰਸਕ੍ਰਿਤੀ ਹੁੰਦੀ ਹੈ, ਉਹਦਾ ਪਿਛਲਾ ਜੋ ਚੇਤਨਾ ਹੁੰਦੀ ਹੈ ਉਹ ਲੋਕ ਚੇਤਨਾ ਹੁੰਦੀ ਹੈ, ਤੇ ਲੋਕ ਸੰਸਕ੍ਰਿਤੀ ਦਾ ਜਿਹੜਾ ਧਾਰਮਿਕ ਅਕੀਦਾ ਹੁੰਦਾ ਹੈ ਉਹ ਲੋਕ ਧਰਮ ਹੁੰਦਾ ਹੈ, ਤੇ ਇਹਦੇ ਵਿੱਚ ਜੋ ਪਰੰਪਰਾ ਦਾ ਪ੍ਰਵਾਹ ਜਿਸ ਪੈਟਰਨ ਦੇ ਵਿੱਚ ਖੁਰਿਆ ਹੁੰਦਾ ਹੈ, ਜਿਸ ਤਰ੍ਹਾਂ ਉਹਨਾਂ ਨੇ ਜੀਵਨ ਦਾ ਪ੍ਰਤੱਖਣ ਕਰਨਾ ਹੈ, ਉਹ ਲੋਕ ਰੂੜੀ ਹੁੰਦੀ ਹੈ। ਤੇ ਜੇਕਰ ਕੋਈ ਸੰਸਕ੍ਰਿਤੀ ਆਪਣਾ ਸਾਹਿਤ ਸਿਰਜ ਰਹੀ ਹੈ ਤਾਂ ਉਹ ਸਾਹਿਤ ਦੀ ਉੱਥੋਂ ਦੇ ਮਾਨਵ ਨੂੰ ਜੋ ਅਪੀਲ ਹੈ ਉਹ ਜਿੰਨੀ ਜ਼ਿਆਦਾ ਉਹਨਾਂ ਦੀਆਂ ਲੋਕ ਰੂੜੀਆਂ ਤੇ ਆਧਾਰਿਤ ਹੋਏਗੀ, ਉਹ ਅਪੀਲ ਉਨੀ ਜ਼ਿਆਦਾ ਹੋਏਗੀ। ਸੋ ਇਹਨਾਂ ਚਾਰ ਤੱਤਾਂ ਦੇ ਆਧਾਰ ਦੇ ਉੱਤੇ ਹੀ ਉਹ ਆਪਣਾ ਜੋ ਲੋਕਧਾਰਾ ਦਾ ਮਾਡਲ ਹੈਗਾ ਉਹ ਸਿਰਜਦੇ ਨੇ, ਤੇ ਇਹਨਾਂ ਦੇ ਪਿੱਛੇ ਜਿਹੜੀਆਂ ਧਾਰਨਾਵਾਂ ਨੇ ਉਹ ਧਾਰਨਾਵਾਂ ਮਨੋਵਿਗਿਆਨ ਦੀਆਂ, ਤੇ ਜਿਹੜੀਆਂ ਦੂਸਰੀਆਂ ਧਾਰਨਾਵਾਂ ਨੇ ਮਨ ਵਿਗਿਆਨ ਦੀਆਂ ਲਾਗੂ ਹੁੰਦੀਆਂ ਨੇ। ਇਸ ਤੋਂ ਬਾਅਦ ਡਾਕਟਰ ਬੇਦੀ ਹੋਰਾਂ ਦੀ ਜਿਹੜੀਆਂ ਮੱਧਕਾਲੀਨ ਕਥਾ ਸੰਸਾਰ ਦੇ ਬਾਰੇ ਜੋ ਧਾਰਨਾਵਾਂ ਨੇ, ਮੈਂ ਉਹਨਾਂ ਦੇ ਸੰਬੰਧੀ ਚਰਚਾ ਕਰਨੀ ਚਾਹੂੰਗਾ। ਡਾਕਟਰ ਬੇਦੀ ਪੰਜਾਬੀ ਦੀ ਜਿਹੜਾ ਮੱਧਕਾਲੀਨ ਕਥਾ ਸੰਸਾਰ ਆ, ਖਾਸ ਤੌਰ ਤੇ ਜਿਹੜਾ ਮੱਧਕਾਲ ਦਾ ਜਿੰਨਾ ਵੀ ਵਿਸ਼ਿਸ਼ਟ ਕਥਾ ਰੂਪ ਮਿਲਦਾ, ਪਹਿਲੀ ਗੱਲ ਤਾਂ ਉਹਨੂੰ ਇਹ ਕਹਿੰਦੇ ਨੇ ਕਿ ਇਹ ਮੂਲ ਰੂਪ ਦੇ ਵਿੱਚ ਲੋਕਧਾਰਾ ਦੀ ਸਮੱਗਰੀ ਹੀ ਹੈ। ਤੁਸੀਂ ਚਾਹੇ ਕਿਸੇ ਵਿਸ਼ਿਸ਼ਟ ਵਿਅਕਤੀ ਦੇ ਨਾਮ ਥੱਲੇ ਇਹਨੂੰ ਸੰਕਲਿਤ ਕੀਤਾ ਗਿਆ, ਪਰੰਤੂ ਇਹਨਾਂ ਦੀ ਜਿਹੜੀ ਮੂਲ ਭਾਵਨਾ ਤੇ ਇਹਦੀ ਜਿਹੜੀ ਪ੍ਰਵਿਰਤੀ ਆ ਉਹ ਲੋਕਧਾਰਾ ਵਾਲੀ ਹੈ। ਦੂਸਰੀ ਚੀਜ਼ ਇਹ ਤਾਂ ਉਹਨਾਂ ਦੀ ਇੱਕ ਇਹਦੇ ਬਾਰੇ ਧਾਰਨਾ, ਤੇ ਇਸ ਤੋਂ ਬਾਅਦ ਉਹ ਇਹਦੇ ਬੈਕਗ੍ਰਾਉਂਡ ਦੇ ਪਿੱਛੇ ਜੋ ਦੱਸਦੇ ਨੇ ਕਿ ਇਹ ਜੋ ਕਥਾ ਸਮੱਗਰੀ ਹੈ, ਇਹਦੀਆਂ ਜੋ ਪ੍ਰਵਿਰਤੀਆਂ ਨੇ,
ਇਹਨਾਂ ਦਾ ਜੋ ਇਤਿਹਾਸਕ ਪਸਾਰ ਆ ਉਹ ਕਿੱਥੋਂ ਤੱਕ ਜਾਂਦਾ, ਉਹ ਇਹਨਾਂ ਦਾ ਇਤਿਹਾਸਕ ਪਸਾਰ ਪਿੱਛੇ ਜਾ ਕੇ ਜੋੜਦੇ ਨੇ ਸਾਡੀ ਹੜੱਪਾ ਸੰਸਕ੍ਰਿਤੀ ਦੇ ਨਾਲ। ਡਾਕਟਰ ਬੇਦੀ ਇੱਥੇ ਪੁਰਾਤੱਤਵ ਵਿਗਿਆਨ ਦੀਆਂ ਜੋ ਲੱਭਤਾਂ ਨੇ ਉਹਨਾਂ ਨੂੰ ਆਧਾਰ ਬਣਾਉਂਦੇ ਹੋਏ ਕਹਿੰਦੇ ਨੇ ਕਿ ਹੜੱਪਾ ਸੰਸਕ੍ਰਿਤੀ ਦੇ ਵਿੱਚ ਜੋ ਠੀਕਰ ਮੋਹਰਾਂ ਸਾਨੂੰ ਪ੍ਰਾਪਤ ਹੋਈਆਂ ਨੇ, ਉਹਨਾਂ ਠੀਕਰ ਮੋਹਰਾਂ ਤੇ ਘੜਿਆਂ ਦੇ ਉੱਤੇ ਮਿਲਦੇ ਨਮੂਨਿਆਂ ਦੇ ਉੱਤੋਂ ਅਸੀਂ ਜੋ ਸਿੱਟੇ ਕੱਢਦੇ ਆ, ਉਹਨਾਂ ਸਿੱਟਿਆਂ ਤੋਂ ਸਾਡੇ ਜੋ ਮੋਟਿਵ ਮਿਲਦੇ ਨੇ, ਉਹਨਾਂ ਨੂੰ ਅਸੀਂ ਅਗਾਂਹ ਜਦੋਂ ਲੜੀਵਾਰ ਆਰੀਆਈ ਸੰਸਕ੍ਰਿਤੀ ਦੇ ਨਾਲ ਮੋਟਿਫਾਂ ਨਾਲ ਜੋੜ ਕੇ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ ਇੱਕ ਰਸ ਰੂਪ ਦੇ ਵਿੱਚ ਇਹ ਮੋਟਿਫ, ਇਹ ਰੂੜੀਆਂ ਅੱਗੇ ਯਾਤਰਾ ਕਰਦੀਆਂ ਨੇ। ਜਿਸ ਤਰ੍ਹਾਂ ਬਣਜਾਰਾ ਬੇਦੀ ਕਹਿੰਦੇ ਨੇ ਕਿ ਹੜੱਪਾ ਸੰਸਕ੍ਰਿਤੀ ਦੇ ਵਿੱਚ ਮੁੱਢਲੇ ਰੂਪ ਦੇ ਵਿੱਚ ਮਿਲਦੀ ਰੂੜੀ ਇਹ ਆ ਕਿ ਕੁਝ ਅੱਧੇ ਮਾਨਵ ਤੇ ਅੱਧੇ ਹੋਰ ਜੀਵ ਜੰਤੂ ਬਣੇ ਸੰਕੀਰਣ ਪ੍ਰਾਣੀ ਕਿਸੇ ਪਵਿੱਤਰ ਵਸਤੂ ਦੀ ਕਿਸੇ ਜੀਵ ਤੋਂ ਰੱਖਿਆ ਕਰ ਰਹੇ ਨੇ। ਸੋ ਇਹ ਰੂੜੀ ਜੋ ਹੈ, ਬੇਦੀ ਕਹਿੰਦੇ ਨੇ ਕਿ ਇਹ ਰੂੜੀ ਅਗਾਂਹ ਜਾ ਕੇ ਸਾਡੇ ਵੈਦਿਕ ਕਾਲ ਦੇ ਵਿੱਚ ਰਾਖਸ਼ਾਂ ਤੋਂ ਦਾਨਵਾਂ ਦੁਆਰਾ ਅੰਮ੍ਰਿਤ ਦੀ ਰਾਖੀ ਕਰਨ ਦੀ ਰੂੜੀ ਦੇ ਵਿੱਚ ਇਹਦਾ ਉਦਾਤੀਕਰਨ ਹੁੰਦਾ। ਇਸੇ ਤਰ੍ਹਾਂ ਹੀ ਬਣਜਾਰਾ ਬੇਦੀ ਦੱਸਦੇ ਨੇ ਕਿ ਜਿਹੜੇ ਸੰਕੀਰਣ ਪ੍ਰਾਣੀ, ਜਿਹੜੇ ਅੱਧੇ ਜਾਨਵਰ ਨੇ ਅੱਧੇ ਮਨੁੱਖ ਨੇ, ਇਹੋ ਜਿਹਾ ਹੀ ਇੱਕ ਅੱਧਾ ਸ਼ੇਰ ਤੇ ਅੱਧਾ ਮਾਨਵ ਇੱਕ ਜੀਵ ਦਾ ਸਾਨੂੰ ਚਿੱਤਰ ਮਿਲਦਾ ਹੜੱਪਾ ਸੰਸਕ੍ਰਿਤੀ ਦੀਆਂ ਠੀਕਰ ਮੋਹਰਾਂ ਦੇ ਵਿੱਚ, ਜਿਹੜਾ ਅਗਾਂਹ ਜਾ ਕੇ ਵਿਸ਼ਨੂੰ ਦੇ ਨਰਸਿੰਘ ਅਵਤਾਰ ਦੇ ਰੂਪ ਦੇ ਵਿੱਚ ਜਿਹਦਾ ਉਦਾਤੀਕਰਨ ਹੁੰਦਾ। ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਉਹ ਉਦਾਹਰਨਾਂ ਦਿੰਦੇ ਨੇ। ਇਹ ਮੈਂ ਕੁਝ ਤੁਹਾਨੂੰ ਕੁਝ ਗਲਿੰਪਸਸ ਦੇ ਰਿਹਾ ਕਿ ਇਹਨਾਂ ਦੀ ਲੜੀ ਕਿਸ ਤਰ੍ਹਾਂ ਸੀ, ਕਿਸ ਤਰ੍ਹਾਂ ਇੱਕ ਸੰਸਕ੍ਰਿਤੀ ਦੀ ਲੋਕ ਰੂੜੀ ਜਾਂ ਕਥਾਨਕ ਰੂੜੀ ਦੂਜੀ ਸੰਸਕ੍ਰਿਤੀ ਦੇ ਵਿੱਚ ਉਦਾਤੀਕਰਨ ਹਾਸਲ ਕਰਦੀ ਆ ਤੇ ਉਹਨਾਂ ਦੀ ਕੰਟੀਨਿਊਟੀ ਕਿਸ ਤਰ੍ਹਾਂ ਹੁੰਦੀ ਆ। ਉਸ ਤੋਂ ਬਾਅਦ ਅਗਲੀ ਚੀਜ਼ ਜਿਸ ਨੂੰ ਬੇਦੀ ਕਹਿੰਦਾ ਕਿ ਜੇ ਸਾਡਾ ਰਿਗਵੇਦ ਆ ਉਹ ਸਾਡਾ ਪੰਜਾਬੀਆਂ ਦਾ ਸੰਸਕ੍ਰਿਤਿਕ ਵਿਰਸਾ ਹੈ ਤੇ ਰਿਗਵੇਦ ਦੇ ਵਿੱਚ ਪਹਿਲੀ ਵਾਰ ਜਿਹੜੀ ਪੰਜਾਬੀ ਕਹਾਣੀ ਆ ਉਹ ਸੰਕਲਿਤ ਕੀਤੀ ਜਾਂਦੀ ਆ, ਲਿਖਤ ਰੂਪ ਦੇ ਵਿੱਚ ਸੰਕਲਿਤ ਕੀਤੀ ਜਾਂਦੀ ਆ। ਤੇ ਇਹਦੇ ਵਿੱਚ ਬੇਦੀ ਕਹਿੰਦੇ ਨੇ ਕਿ ਜੋ ਰਿਗਵੇਦ ਦੇ ਵਿੱਚ ਪੰਜਾਬੀ ਕਹਾਣੀ ਆ ਉਹਦੀ ਜਿਹੜੀ ਮੂਲ ਪ੍ਰਵਿਰਤੀ ਆ ਉਹ ਸਪਸ਼ਟ ਕਰਦੇ ਨੇ ਕਿ ਪੰਜਾਬੀਆਂ ਦੀ ਮੂਲ ਪ੍ਰਵਿਰਤੀ ਕਹਾਣੀ ਦੇ ਰਾਹੀਂ ਇਸ ਤਰ੍ਹਾਂ ਸਪਸ਼ਟ ਕੀਤੀ ਗਈ ਆ ਕਿ ਪੰਜਾਬੀਆਂ ਦੀ ਮੂਲ ਪ੍ਰਵਿਰਤੀ ਹੈਗੀ ਆ ਕਿ ਪ੍ਰਵਿਰਤੀ ਤੋਂ ਨਿਵਰਤੀ ਵੱਲ ਜਾਣਾ, ਪ੍ਰਵਿਰਤੀ ਤੋਂ ਨਿਵਰਤੀ ਵੱਲ ਜਾਣਾ, ਕਿ ਪਹਿਲਾਂ ਜੀਵਨ ਨੂੰ ਪੂਰਾ ਭੋਗਣਾ, ਉਸ ਤੋਂ ਬਾਅਦ ਜੀਵਨ ਦੇ ਕਿਸੇ ਮੋਕਸ਼ ਦੀ ਤਲਾਸ਼ ਕਰਨਾ, ਜਿਹਨੂੰ ਉਹ ਰਿਸ਼ੀ ਸੋਬਰੀ ਦੀ ਇੱਕ ਜਿਹੜੀ ਲੋਕ ਕਹਾਣੀ ਹੈ ਉਹਦੇ ਰਾਹੀਂ ਉਹਨੂੰ ਸਪਸ਼ਟ ਕਰਦੇ ਨੇ ਕਿ ਕਿਸ ਤਰ੍ਹਾਂ ਰਿਸ਼ੀ ਸੋਬਰੀ ਜੋ ਹੈਗਾ ਉਹ ਬੁੜਾ ਹੋ ਚੁੱਕਿਆ, ਬਜ਼ੁਰਗ ਹੋ ਚੁੱਕਿਆ ਤੇ ਉਹ ਇੱਕ ਰਾਜੇ ਨੂੰ ਕਹਿੰਦਾ ਕਿ ਉਹਨੇ ਵਿਆਹ ਕਰਾਉਣਾ ਤੇ ਉਹਦੀਆਂ ਕਾਫੀ ਸਾਰੀਆਂ ਕੁੜੀਆਂ ਦੇ ਨਾਲ ਫਿਰ ਉਹ ਵਿਆਹ ਕਰਾਉਂਦਾ। ਹਾਲਾਂਕਿ ਉਹ ਬਜ਼ੁਰਗ ਹੁੰਦਾ, ਰਾਜਾ ਉਹਦੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਹੁੰਦਾ, ਪਰ ਉਹ ਆਪਣੇ ਆਤਮਿਕ ਬਲ ਨਾਲ ਉਹਨਾਂ ਨੂੰ ਇੱਕ ਸੁੰਦਰ ਨੌਜਵਾਨ ਦੇ ਰੂਪ ਦੇ ਵਿੱਚ ਦਰਸ਼ਨ ਦਿੰਦਾ, ਸਾਰੀਆਂ ਔਰਤਾਂ ਨਾਲ ਵਿਆਹ ਕਰਾਉਂਦਾ, ਆਪਣੇ ਅਲੱਗ-ਅਲੱਗ ਰੂਪਾਂ ਦੇ ਨਾਲ ਉਹਨਾਂ ਕੋਲ ਰਹਿੰਦਾ ਤੇ ਉਸ ਤੋਂ ਬਾਅਦ ਉਹ ਕਿੰਨੇ 105 ਪੁੱਤਰਾਂ ਦੀ ਪ੍ਰਾਪਤੀ ਕਰਦਾ ਤੇ ਫਿਰ ਉਹ ਅੱਕ ਕੇ ਦੁਬਾਰਾ ਫਿਰ ਨਿਰਵਾਣ ਦੀ ਤਲਾਸ਼ ਦੇ ਵਿੱਚ ਚਲੇ ਜਾਂਦਾ। ਸੋ ਬੇਦੀ ਦੀ ਜੋ ਇਹ ਧਾਰਨਾ ਕਿ ਜੋ ਰਿਗਵੇਦ ਦੇ ਵਿੱਚ ਪੰਜਾਬੀ ਕਹਾਣੀ ਦੇ ਮੁੱਢਲੇ ਰੂਪ ਮਿਲਦੇ ਨੇ ਉਹ ਪੰਜਾਬੀਆਂ ਦੀ ਜਿਹੜੀ ਮੂਲ ਪ੍ਰਵਿਰਤੀ ਆ, ਪੰਜਾਬੀਆਂ ਦੇ ਜੋ ਸੁਭਾਅ ਦਾ ਹਿੱਸਾ ਜਿਹਨੂੰ ਉਸਾਰਦੇ ਨੇ ਕਿ ਪ੍ਰਵਿਰਤੀ ਤੋਂ ਸੰਸਕ੍ਰਿਤੀ ਵੱਲ ਜਾਣਾ, ਕਿ ਪਹਿਲਾਂ ਜੀਵਨ ਦੇ ਲੌਕਿਕ ਭਾਗ ਨੂੰ ਭੋਗਣਾ ਤੇ ਉਦੋਂ ਬਾਅਦ ਕਿਸੇ ਅਲੌਕਿਕਤਾ ਦੀ ਤਲਾਸ਼ ਕਰਨਾ, ਜਿਹਨੂੰ ਪੰਜਾਬੀ ਰੱਜ ਕੇ ਜਿਉਣਾ ਕਹਿੰਦੇ ਨੇ। ਸੋ ਇਹ ਅੱਜ ਵੀ ਪੰਜਾਬੀਆਂ ਦੇ ਉਸ ਤਰ੍ਹਾਂ ਪਾਇਆ ਜਾਂਦਾ ਸੀ, ਪੰਜਾਬੀਆਂ ਦੇ ਸੁਭਾਅ ਦੇ ਵਿੱਚ ਕਿ ਹਰ ਚੀਜ਼ ਨੂੰ ਕਰਨੀ ਹੈ, ਕਿ ਲੌਕਿਕਤਾ ਨੂੰ ਪੰਜਾਬੀ ਕਦੇ ਛੱਡਦੇ ਨਹੀਂ, ਇਹ ਪਦਾਰਥਕ ਸੰਸਾਰ ਤੋਂ ਮੂੰਹ ਨਹੀਂ ਮੋੜਦੇ। ਇਹੋ ਹੀ ਲੋਕਧਾਰਾ ਦੀ ਮੂਲ ਬਿਰਤੀ ਹੁੰਦੀ ਹੈ ਕਿ ਲੋਕਧਾਰਾ ਦੇ ਵਿੱਚ ਪਦਾਰਥਕ ਸੰਸਾਰ ਆ ਜਿਹੜਾ ਉਹ ਵਧੇਰੇ ਸਤਿਕਾਰਿਆ ਜਾਂਦਾ ਕਿਸੇ ਪਰਾਲੌਕਿਕ ਸੰਸਾਰ ਦੀ ਕਾਮਨਾ ਦੇ ਨਾਲੋਂ। ਇਹਦੇ ਜੋ ਸੰਸਕਾਰ ਨੇ ਇਹ ਸਾਨੂੰ ਰਿਗਵੇਦ ਦੇ ਵਿੱਚ ਮਿਲਦੇ ਨੇ, ਇਹ ਬੇਦੀ ਹੋਣਾ ਦੀ ਧਾਰਨਾ ਹੈ। ਉਸ ਤੋਂ ਬਾਅਦ ਇਹਦੇ ਨਾਲ ਹੀ ਜਿਸ ਤਰ੍ਹਾਂ ਵੇਦ ਰਚੇ ਗਏ ਨਾਲ ਦੀ ਨਾਲ ਇੱਕ ਪੁਰਾਣ ਪਰੰਪਰਾ ਵੀ ਸਾਡੇ ਚੱਲ ਰਹੀ ਹੈ, ਜਿਹੜੀ ਪੁਰਾਣ ਪਰੰਪਰਾ ਚਾਹੇ ਵੇਦਾਂ ਤੋਂ ਬਾਅਦ ਲਿਖਤੀ ਰੂਪ ਦੇ ਵਿੱਚ ਸਾਡੇ ਕੋਲ ਆਉਂਦੀ ਆ, ਪਰੰਤੂ ਇਹ ਮੂੰਹੋਂ ਤੋਂ ਹੀ ਪਰੰਪਰਾ ਦੇ ਵਿੱਚ, ਮੌਖਿਕ ਪਰੰਪਰਾ ਦੇ ਵਿੱਚ ਬਹੁਤ ਪਹਿਲਾਂ ਤੋਂ ਸਾਡੇ ਵਿੱਚ ਪ੍ਰਚਲਿਤ ਸੀ। ਸੋ ਮੱਧਕਾਲ ਦੇ ਵਿੱਚ ਜਿੰਨੇ ਵੀ ਸਾਡੇ ਵਿਸ਼ਿਸ਼ਟ ਧਰਮ ਦੇ ਨਾਇਕ ਨੇ ਜਾਂ ਜਿੰਨੇ ਵੀ ਸਾਡੇ ਇਹ ਪੁਰਖ ਨੇ, ਧਾਰਮਿਕ ਪੁਰਖ ਨੇ, ਇਹਨਾਂ ਦਾ ਜੀਵਨ ਚਰਿੱਤਰ ਜਿਹੜਾ ਹੈਗਾ ਇਹ ਪੁਰਾਣਾ ਦੇ ਅਨੁਕੂਲ ਹੀ ਉਸਾਰਿਆ ਗਿਆ। ਪੁਰਾਣ ਪਰੰਪਰਾ ਦੇ ਵਿੱਚ ਮਿਲਦੇ ਜੋ ਦਿਵ ਨਾਇਕ ਸੀ ਜਾਂ ਦੇਵਤੇ ਸੀ ਉਹਨਾਂ ਦੀਆਂ ਨਾਲ ਮਿਲਦੀਆਂ ਰੂੜੀਆਂ ਦੇ ਆਧਾਰ ਦੇ ਉੱਤੇ ਉਸਾਰਿਆ ਗਿਆ। ਕਹਿਣ ਦਾ ਮਤਲਬ ਪੁਰਾਣਾ ਦੇ ਵਿੱਚ ਇਹਨਾਂ ਨੇ ਜਿਸ ਤਰ੍ਹਾਂ ਦੇ ਨਾਇਕਾਂ ਨੂੰ ਉਸਾਰਿਆ, ਉਹਨਾਂ ਨੂੰ ਉਸਾਰਨ ਵਾਸਤੇ ਜਿਹੜੀਆਂ ਰੂੜੀਆਂ ਦੀ ਵਰਤੋਂ ਕੀਤੀ, ਕਥਾਨਕ ਰੂੜੀਆਂ ਦੀ, ਮੱਧਕਾਲ ਦੇ ਵਿੱਚ ਉਹ ਰੂੜੀਆਂ ਆਪਣੇ ਆਪ ਉਹਨਾਂ ਨੇ ਚੁੱਕੀਆਂ ਤੇ ਉਹਨਾਂ ਦੇ ਨਾਲ ਜੋੜਤੀਆਂ। ਸੋ ਇਸ ਸਮੇਂ ਸਭ ਤੋਂ ਵੱਧ ਜਿਹੜਾ ਮੱਧਕਾਲ ਦੇ ਵਿੱਚ ਜੋ ਸਾਨੂੰ ਲਿਖਤੀ ਰੂਪ ਦੇ ਵਿੱਚ ਸਭ ਤੋਂ ਵੱਧ ਪੜ੍ਹਿਆ ਗਿਆ ਪੁਰਾਣ, 3 ਪੁਰਾਣ ਜਿਨ੍ਹਾਂ ਨੂੰ ਬੇਦੀ ਨਿਸ਼ਾਨਦੇਹੀ ਕਰਦਾ, ਉਹਨੇ ਵਿਸ਼ਨੂੰ ਪੁਰਾਣ, ਮਾਰਕੰਡੇ ਪੁਰਾਣ ਤੇ ਭਾਗਵਤ ਪੁਰਾਣ। ਇਹਨਾਂ ਨੇ ਇੱਕ ਰਸ ਰੂਪ ਦੇ ਵਿੱਚ ਜੋ ਪੰਜਾਬੀ ਲੋਕ ਮਨ ਆ ਉਹਨੂੰ ਬਹੁਤ ਪ੍ਰਭਾਵਿਤ ਕੀਤਾ ਕਿ ਉਹ ਕੁਝ ਸਿਰਜੇ,
ਕਹਾਣੀ ਦੇ ਵਿੱਚ ਜਾਂ ਆਪਣੇ ਜੋ ਨਾਇਕ ਨੇ ਉਹਨਾਂ ਦੇ ਚਰਿੱਤਰ ਦੀ ਉਸਾਰੀ ਲਈ। ਇਸੇ ਟਾਈਮ ਨਾਲ ਦੀ ਨਾਲ ਸੰਸਕ੍ਰਿਤ ਦੇ ਵਿੱਚ ਜੋ ਗ੍ਰੰਥ ਮਿਲਦੇ ਨੇ ਕਥਾ ਗ੍ਰੰਥ, ਜਿਨ੍ਹਾਂ ਦੇ ਵਿੱਚ ਪੰਚਤੰਤਰ, ਹਿਤੋਪਦੇਸ਼, ਬ੍ਰਿਹਤ ਕਥਾ, ਕਥਾ ਸਪਤ ਸਾਗਰ, ਬਿਤਾਲ ਪਚੀਸੀ ਤੇ ਸੂਕਾ ਸਪਤੀ, ਇਹਨਾਂ ਦਾ ਬਹੁਤ ਜ਼ਿਆਦਾ ਪ੍ਰਚਲਨ ਸੀ ਤੇ ਇਹਨਾਂ ਨੂੰ ਲੋਕਾਂ ਨੇ ਬਹੁਤ ਪੜ੍ਹਿਆ ਤੇ ਮੂੰਹੋਂ ਤੂੰ ਹੀ ਪਰੰਪਰਾ ਦੇ ਵਿੱਚ ਇਹਨਾਂ ਦੀਆਂ ਕਹਾਣੀਆਂ ਬਹੁਤ ਜ਼ਿਆਦਾ ਪ੍ਰਚਲਿਤ ਸੀ। ਬੇਦੀ ਕਹਿੰਦੇ ਨੇ ਕਿ ਪੰਜਾਬੀ ਦੇ ਵਿੱਚ ਸਭ ਤੋਂ ਵੱਡਾ ਗ੍ਰੰਥ ਕਹਾਣੀਆਂ ਦਾ ਵਡਕਹਾ, ਜਿਹਨੂੰ ਗੁਣਾਡੇ ਨੇ ਪਿਸ਼ਾਚੀ ਦੇ ਵਿੱਚ ਲਿਖਿਆ ਸੀ, ਤੇ ਰਾਜੇ ਸਲਵਾਨ ਨੂੰ ਜਦੋਂ ਉਹਨਾਂ ਨੇ ਪਿਸ਼ਾਚੀ 'ਚ ਲਿਖਿਆ ਗ੍ਰੰਥ ਭੇਟ ਕੀਤਾ ਤਾਂ ਰਾਜੇ ਨੇ ਭੂਤ ਭਾਸ਼ਾ 'ਚ ਲਿਖਿਆ ਹੋਣ ਕਰਕੇ ਇਸ ਗ੍ਰੰਥ ਨੂੰ ਸਵੀਕਾਰ ਨਹੀਂ ਸੀ ਕੀਤਾ ਤੇ ਉਹਨਾਂ ਨੇ ਉਹਨੂੰ ਡਿਸਟਰੋਏ ਕੀਤਾ ਤੇ ਕੁਝ ਉਹਦਾ ਹਿੱਸਾ ਬਚਾ ਲਿਆ ਗਿਆ। ਇੱਕ ਲੰਬੀ ਕਥਾ ਮੈਂ ਇੱਥੇ ਸਮੇਂ ਦੀ ਘਾਟ ਕਰਕੇ ਨਹੀਂ ਸੁਣਾਉਂਗਾ, ਤੇ ਉਹ ਕੁਝ ਹਿੱਸਾ ਬਚਾ ਲਿਆ ਗਿਆ ਜਿਹਨੂੰ ਕਿ ਅਗਾਂਹ ਜਾ ਕੇ ਬ੍ਰਿਹਤ ਕਥਾ ਦੇ ਰੂਪ ਦੇ ਵਿੱਚ ਸਾਡੇ ਕੋਲ ਉਹ ਮਿਲਦਾ। ਬੇਦੀ ਇਹ ਕਹਿੰਦੇ ਨੇ ਕਿ ਵਡਕਹਾ ਗ੍ਰੰਥ ਦੇ ਸਾਡੇ ਕੋਲੋਂ ਖੁੱਸ ਜਾਣ ਕਾਰਨ ਜਾਂ ਇਹਦਾ ਸਾਨੂੰ ਪ੍ਰਾਚੀਨ ਰੂਪ ਸਰੂਪ ਉਪਲਬਧ ਨਾ ਹੋਣ ਕਾਰਨ ਸਾਡੀ ਜੋ ਕਥਾ ਪਰੰਪਰਾ ਹੈ ਉਹਦੇ ਵਿੱਚ ਬਹੁਤ ਵੱਡਾ ਘਾਟਾ ਪਿਆ। ਤੇ ਇਹਦੇ ਵਿੱਚ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੀਆਂ ਸਾਡੀਆਂ ਪ੍ਰੇਮ ਕਹਾਣੀਆਂ ਨੇ, ਬੇਦੀ ਉਹਨਾਂ ਦੀ ਬਹੁਤ ਵੱਡੀ ਇੱਕ ਧਾਰਨਾ, ਉਹ ਇਹ ਕਹਿੰਦੇ ਨੇ ਕਿ ਜਿਹੜੀ ਪਿਸ਼ਾਚੀ ਭਾਸ਼ਾ ਸੀ ਉਹ ਜਿੱਥੇ ਪ੍ਰਚਲਿਤ ਸੀ, ਪੰਜਾਬੀ ਦੀਆਂ ਬਹੁਤੀਆਂ ਪ੍ਰੇਮ ਕਹਾਣੀਆਂ ਉਸੇ ਇਲਾਕੇ ਦੇ ਵਿੱਚੋਂ ਉਪਜੀਆਂ। ਬੇਦੀ ਦੀ ਬੜੀ ਇੰਪੋਰਟੈਂਟ ਧਾਰਨਾ ਕਿ ਹੋ ਸਕਦਾ ਬ੍ਰਿਹਤ ਜਿਹੜੀ ਸਾਡੇ ਕੋਲ ਵਡਕਹਾ ਗ੍ਰੰਥ ਆ ਉਹਦੇ ਵਿੱਚ ਕੁਝ ਇਹੋ ਜਿਹੀਆਂ ਪ੍ਰੇਮ ਕਹਾਣੀਆਂ ਦੇ ਮੁੱਢਲੇ ਰੂਪ ਮਿਲਦੇ ਹੋਣ ਜਿਨ੍ਹਾਂ ਦਾ ਕਿ ਪਿੱਛੋਂ ਸੈਮਟਿਕ ਪ੍ਰਭਾਵ ਦੇ ਨਾਲ ਜੋ ਕਿੱਸੇ ਨੇ ਸਾਡੇ ਕੋਲ ਪ੍ਰਾਪਤ ਹੁੰਦੇ ਉਹਨਾਂ ਦੇ ਰੂਪ ਦੇ ਵਿੱਚ ਉਥਾਨ ਹੋਇਆ। ਇਹ ਉਹਨਾਂ ਦੀ ਇੱਕ ਧਾਰਨਾ ਜਿਹਨੂੰ ਉਹ ਆਪਣੇ ਇੱਕ ਸੱਸੀ ਪੁੰਨੂ ਦੀ ਕਥਾ ਦੇ ਵਿੱਚ ਸੋਲਰ ਮਾਈਥੋਲੋਜੀ ਸਿਧਾਂਤ ਜਦੋਂ ਇਸਤੇਮਾਲ ਕਰਦੇ ਨੇ ਉਹਦੇ ਵਿੱਚ ਇਹਦਾ ਅਨੁਸਰਨ ਕਰਕੇ ਉਹਨੂੰ ਲਾਗੂ ਕਰਕੇ ਵੀ ਦਿਖਾਉਂਦੇ ਨੇ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਸਭ ਤੋਂ ਇੱਕ ਹੋਰ ਵੱਡਾ ਪ੍ਰਭਾਵ ਪੈਂਦਾ ਉਹ ਸੈਮਟਿਕ ਪ੍ਰਭਾਵ ਪੈਂਦਾ। ਸੈਮਟਿਕ ਪ੍ਰਭਾਵ ਸਾਡੇ ਕੋਲ ਬੋਧੀ ਪ੍ਰਭਾਵ ਤੇ ਯੂਨਾਨੀ ਪ੍ਰਭਾਵ ਤੋਂ ਬਾਅਦ ਪੈਂਦਾ। ਪਰ ਬੇਦੀ ਕਿੱਥੇ ਮੈਂ ਆਬਜ਼ਰਵੇਸ਼ਨ ਬੇਦੀ ਦੀ ਦੇਣਾ ਚਾਹੂੰਗਾ ਜਿਹੜੀ ਉਹ ਦਿੰਦੇ ਆ, ਉਹ ਇਹ ਕਹਿੰਦੇ ਆ ਕਿ ਵਡਕਹਾ ਗ੍ਰੰਥ ਆ ਜਿਹੜਾ ਉਹਦੇ ਲੁਪਤ ਹੋਣ ਦੇ ਨਾਲ ਸਾਨੂੰ ਇਹ ਪਤਾ ਨਹੀਂ ਲੱਗਿਆ ਕਿ ਸਾਡੀ ਜਿਹੜੀ ਰਿਗਵੇਦ ਤੋਂ ਚੱਲੀ ਆ ਰਹੀ ਪਰੰਪਰਾ ਸੀ ਤੇ ਸੈਮਟਿਕ ਪ੍ਰਭਾਵ ਜੋ ਸਾਡੇ ਤੇ ਪਿਆ ਉਹਦੇ ਵਿੱਚ ਵਿਚਕਾਰ ਜੋ ਕੁਝ ਸੀ ਉਹ ਬਹੁਤ ਕੁਝ ਗੁੰਮ ਗਵਾਚ ਗਿਆ। ਉਹ ਵਡਕਹਾ ਗ੍ਰੰਥ ਦੇ ਅਲੋਪ ਹੋਣ ਦੇ ਕਾਰਨ ਸਾਡੇ ਨਾਲ ਵਾਪਰਿਆ। ਸੋ ਇਸ ਤੋਂ ਬਾਅਦ ਜੋ ਅਗਲਾ ਸਾਡੇ ਸੰਸਕ੍ਰਿਤੀ ਦੇ ਵਿੱਚ ਜੋ ਸਾਡੀ ਸੰਸਕ੍ਰਿਤੀ ਤੇ ਪ੍ਰਭਾਵ ਪੈਂਦਾ, ਜਿੱਥੋਂ ਅਸੀਂ ਬਹੁਤ ਸਾਰੀਆਂ ਕਥਾਨਕ ਰੂੜੀਆਂ ਲੈਂਦੇ ਆ, ਉਹ ਹੈਗਾ ਯੂਨਾਨੀ ਪ੍ਰਭਾਵ। ਯੂਨਾਨ ਨੇ ਸਾਡੀ ਕਥਾ, ਕਲਾ ਤੇ ਨਾਟ ਤਿੰਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਬੇਦੀ ਇਹ ਕਹਿੰਦੇ ਨੇ ਕਿ ਸਾਡੇ ਕੋਲ ਜੋ ਸੋਹਣੀ ਮਹੀਵਾਲ ਦੀ ਕਥਾ ਹੈ, ਇਹਦੀਆਂ ਕਥਾਨਕ ਰੂੜੀਆਂ ਨੇ, ਜੋ ਮੂਲ ਕਥਾਨਕ ਰੂੜੀਆਂ ਨੇ, ਇਹ ਕਥਾਨਕ ਰੂੜੀਆਂ ਸਾਡੇ ਕੋਲ ਯੂਨਾਨ ਤੋਂ ਆਈਆਂ ਨੇ। ਕਿਉਂਕਿ ਯੂਨਾਨ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਕਥਾ ਮਿਲਦੀ ਹੈ ਜਿਹਨੂੰ ਹੀਰੋ ਤੇ ਲੈਂਡੋ ਕਿਹਾ ਜਾਂਦਾ, ਜਿਹਦੇ ਵਿੱਚ ਜੋ ਹੀਰੋ ਹੈ ਉਹ ਲੈਂਡੋ ਨੂੰ ਦਰਿਆ ਪਾਰ ਕਰਕੇ ਮਿਲਣ ਜਾਂਦਾ, ਤੋਂ ਦਰਿਆ ਨੂੰ ਪਾਰ ਕਰਕੇ ਕਿਸੇ ਵਰਜਿਤ ਚੀਜ਼ ਨੂੰ ਭੋਗਣ ਜਾਣਾ। ਕਿਉਂਕਿ ਲੈਂਡੋ ਇੱਕ ਦੇਵ ਮੰਦਰ ਦੀ ਪੁਜਾਰਨ ਆ ਤੇ ਉਹਨੂੰ ਇਸ ਤਰ੍ਹਾਂ ਦਾ ਇਨਸਾਨੀ ਰਿਸ਼ਤਾ ਵਰਜਿਤ ਆ, ਤੇ ਹੀਰੋ ਉਹਨੂੰ ਜਦੋਂ ਮਿਲਣ ਜਾਂਦਾ ਤਾਂ ਦਰਿਆ ਇੱਕ ਵਰਜਣਾ ਬਣ ਜਾਂਦਾ। ਤਾਂ ਇਹੋ ਵਰਜਣਾ ਪੰਜਾਬੀ ਚਿੰਤਨ ਦੇ ਵਿੱਚ ਵੀ ਆਉਂਦੀ ਹੈ, ਜਿਸ ਵਿੱਚ ਦਰਿਆ ਨੂੰ ਪਾਰ ਕਰਨ ਦੀ ਰੂੜੀ ਹੈ। ਦਰਿਆ ਨੂੰ ਪਾਰ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ। ਅੱਜ ਵੀ ਲੋਕ ਪਾਣੀ ਨੂੰ ਪਾਰ ਕਰਨ ਲੱਗੇ ਉਹਦੇ ਵਿੱਚ ਕੁਝ ਨਾ ਕੁਝ ਸੁੱਟ ਕੇ ਜਾਂਦੇ ਆ, ਪੈਸਾ ਸੁੱਟਦੇ ਆ ਜਾਂ ਕੁਝ ਹੋਰ ਸੁੱਟਦੇ ਆ। ਸੋ ਇਹ ਪ੍ਰੀਤ ਕਹਾਣੀ ਸਾਡੀ ਸੋਹਣੀ ਮਹੀਵਾਲ ਦੀ ਪ੍ਰੀਤ ਕਹਾਣੀ ਦੇ ਬਿਲਕੁਲ ਉਸੇ ਤਰ੍ਹਾਂ ਦੀਆਂ ਕਥਾਨਕ ਰੂੜੀਆਂ ਦੇ ਅਨੁਸਾਰ ਉਸਰੀ ਹੋਈ ਆ। ਤੇ ਇਹਦੇ ਵਿੱਚ ਇੱਕ ਹੋਰ ਰੂੜੀ ਜਿਹੜੀ ਐਡ ਹੁੰਦੀ ਆ ਉਹ ਬੋਧੀ ਪ੍ਰਭਾਵ ਦੀ ਹੈ, ਜਿਹੜੀ ਕਿ ਨਾਲ ਦੀ ਨਾਲ ਆ ਰਹੀ ਹੈ। ਬੋਧੀ ਪ੍ਰਭਾਵ ਦੀ ਇਹ ਹੈ ਕਿ ਬੁੱਧ ਦੀਆਂ ਜਾਤਕ ਕਥਾਵਾਂ ਦੇ ਵਿੱਚ ਇਹ ਕਿਹਾ ਗਿਆ ਕਿ ਬੁੱਧ ਨੇ ਪਿਛਲੇ ਜਨਮ ਦੇ ਵਿੱਚ ਆਪਣਾ ਸਰੀਰ ਭੁੱਖੇ ਸ਼ੇਰਾਂ ਨੂੰ ਖਾਣ ਵਾਸਤੇ ਪ੍ਰਸਤੁਤ ਕੀਤਾ ਸੀ। ਸੋ ਜਿਹੜੀ ਇਹ ਸੋਹਣੀ ਮਹੀਵਾਲ ਦੀ ਰੂੜੀ ਹੈ, ਇਹਦੇ ਵਿੱਚ ਬੋਧੀ ਰੂੜੀ ਵੀ ਹੈ ਤੇ ਇਹਦੇ ਵਿੱਚ ਯੂਨਾਨੀ ਰੂੜੀ ਵੀ ਹੈ। ਬੋਧੀ ਰੂੜੀ ਇਹ ਹੈ ਕਿ ਜੋ ਮਹੀਵਾਲ ਆ ਉਹ ਸੋਹਣੀ ਨੂੰ ਆਪਣਾ ਜਿਸਮ ਦਾ ਕੁਝ ਹਿੱਸਾ ਖਾਣ ਵਾਸਤੇ ਪੇਸ਼ ਕਰਦਾ। ਸੋ ਜਿਹੜੀਆਂ ਬੋਧੀ ਰੂੜੀਆਂ ਸੀਗੀਆਂ, ਬੋਧੀ ਰੂੜੀਆਂ ਨੇ ਸਾਨੂੰ ਵਿਸ਼ੇਸ਼ ਰੂਪ ਦੇ ਵਿੱਚ ਇੱਕ ਚੀਜ਼ ਦਿੱਤੀ ਕਿ ਬੁੱਧ ਧਰਮ ਦੇ ਉਥਾਨ ਦੇ ਨਾਲ ਪਹਿਲੀ ਵਾਰ ਕੀ ਹੋਇਆ ਕਿ ਮਿਥਕਾਂ ਦਾ ਅਸਰ ਘਟਣਾ ਸ਼ੁਰੂ ਹੋਇਆ। ਸਾਡੀ ਕਥਾ ਪਰੰਪਰਾ ਸੀ ਜਿਹੜੀ ਉਹ ਵਧੇਰੇ ਜ਼ਿਆਦਾ ਵਾਸਤਵਿਕ ਹੋਣੀ ਸ਼ੁਰੂ ਹੋਈ। ਬਹੁਤ ਜ਼ਿਆਦਾ ਨਹੀਂ, ਪਰ ਪਹਿਲਾਂ ਵਰਗੀ ਮਿਥਕ ਚੇਤਨਾ ਜਿਹੜੀ ਸੀ ਉਹਦੇ ਵਿੱਚੋਂ ਉਹ ਘਟਣੀ ਸ਼ੁਰੂ ਹੋ ਗਈ, ਜਿਹੜੀ ਮੁਕੰਮਲ ਰੂਪ ਦੇ ਵਿੱਚ ਆਪਣਾ ਜੋ ਅਸਰ ਧਾਰਨ ਕਰਦੀ ਆ, ਜਿਹੜੀ ਕਿ ਦੰਤ ਕਥਾ ਦੇ ਨੇੜੇ ਆਉਂਦੀ ਆ, ਉਹ ਸੈਮਟਿਕ ਪ੍ਰਭਾਵ ਦੇ ਨਾਲ ਆਉਂਦੀ ਆ। ਬੋਧੀ ਪ੍ਰਭਾਵ ਦੇ ਨਾਲ ਹੀ ਅੱਗੇ ਜੋ ਅਵਦਾਨ ਦੀ ਪਰੰਪਰਾ ਸ਼ੁਰੂ ਹੁੰਦੀ ਹੈ, ਕਿਉਂਕਿ ਅਵਦਾਨ ਲਿਖਣ ਦੀ ਪਰੰਪਰਾ ਜੋ ਹੈ ਉਹ ਬੋਧੀਆਂ ਦੁਆਰਾ ਸ਼ੁਰੂ ਕੀਤੀ ਗਈ ਹੈ। ਪਹਿਲਾਂ ਜਾਤਕ ਕਥਾਵਾਂ ਦੇ ਤੋਂ ਬਾਅਦ ਅਵਦਾਨ ਦੇ ਵਿੱਚ ਕਿਸੇ ਵਿਅਕਤੀ ਦੇ, ਇਤਿਹਾਸਕ ਵਿਅਕਤੀ ਦੇ ਨਾਲ ਕੁਝ ਲੋਕਧਾਰਾਈ ਸੱਚ ਜੋੜ ਕੇ ਇੱਕ ਕਹਾਣੀ ਘੜੀ ਜਾਂਦੀ ਹੈ। ਸੋ ਅਸ਼ੋਕ ਦੇ ਨਾਲ ਮਿਲਦੇ ਜੋ ਅਵਦਾਨ ਨੇ, ਅਸ਼ੋਕ ਦੇ ਨਾਲ ਮਿਲਦੇ ਅਵਦਾਨਾਂ ਦੇ ਵਿੱਚ ਵੀ ਸਾਨੂੰ ਕੁਝ ਇਹੋ ਜਿਹੀਆਂ
ਕਹਾਣੀਆਂ ਮਿਲਦੀਆਂ ਨੇ, ਜਿਨ੍ਹਾਂ ਨੂੰ ਬੇਦੀ ਇੱਕ ਕਹਾਣੀ ਮਿਲਦੀ ਹੈ ਅਸ਼ੋਕ ਦੇ ਨਾਲ ਸੰਬੰਧਿਤ, ਜਿਹਦਾ ਬਿਲਕੁਲ ਰੂਪ ਪੂਰਨ ਤੇ ਲੂਣਾ ਦੀ ਕਹਾਣੀ ਦੇ ਨਾਲ ਮਿਲਦਾ ਜੁਲਦਾ। ਸੋ ਬੇਦੀ ਕਹਿੰਦਾ ਕਿ ਉਹਨੂੰ ਵੀ ਦੇਖਿਆ ਜਾਣਾ ਚਾਹੀਦਾ। ਤੇ ਉਸ ਤੋਂ ਬਾਅਦ ਅਗਲੀ ਜੋ ਸਾਡੇ ਕੋਲ ਪ੍ਰਭਾਵ ਪੈਂਦਾ, ਜਿਹੜਾ ਸਭ ਤੋਂ ਬਲਵਾਨ ਪ੍ਰਭਾਵ ਆ, ਉਹ ਪ੍ਰਭਾਵ ਹੈਗਾ ਸਾਡੇ ਕੋਲ ਸੈਮਟਿਕ ਰਿਲੀਜਨ ਦਾ ਪ੍ਰਭਾਵ। ਮਤਲਬ ਸਾਡੇ ਕੋਲ ਜਦੋਂ ਮੁਸਲਮਾਨ ਪੁਰਾਣ ਸ਼ਾਸਤਰ ਸਾਡੇ ਕੋਲ ਆਉਂਦਾ, ਤਾਂ ਮੁਸਲਮਾਨ ਪੁਰਾਣ ਸ਼ਾਸਤਰ ਦੇ ਵਿੱਚ ਹਾਤਮਨਾਮਾ, ਸ਼ਾਹਨਾਮਾ, ਅਲਫ ਲੈਲਾ, ਤਾਂ ਇਹ ਜੋ ਜਿੰਨਾ ਵੀ ਪੁਰਾਣ ਸ਼ਾਸਤਰ ਆਉਂਦਾ ਸਾਡੇ ਕੋਲ, ਇਹ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ। ਤੇ ਹੈਰਾਨੀ ਦੀ ਗੱਲ ਇਹ ਆ ਕਿ ਮੁਸਲਮਾਨੀ ਜੋ ਪਰੰਪਰਾ ਦਾ, ਜੋ ਸਾਡੇ ਤੇ ਸੈਮਟਿਕ ਪਰੰਪਰਾ ਦਾ ਜੋ ਪ੍ਰਭਾਵ ਆਇਆ, ਇਹ ਬੌਧਿਕ ਵਰਗ ਤੋਂ ਲੋਕ ਵਰਗ ਵੱਲ ਆਇਆ, ਕਿਉਂਕਿ ਫਾਰਸੀ ਰਾਜ ਭਾਸ਼ਾ ਸੀ ਤੇ ਲੋਕਾਂ ਨੇ ਇਹ ਭਾਸ਼ਾ ਸਿੱਖੀ, ਤੇ ਇਹਨਾਂ ਦੇ ਵਿਸ਼ਿਸ਼ਟ ਜੋ ਸੀਗੇ ਪੁਰਾਣ, ਉਹਨਾਂ ਨੂੰ ਪੜ੍ਹ ਕੇ ਇਹ ਫਿਰ ਆਮ ਲੋਕ ਪਰੰਪਰਾ ਦੇ ਵਿੱਚ ਆਏ, ਤਾਂ ਵੀ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਤਾ। ਸੋ ਇਹਦੇ ਵਿੱਚ ਆਉਣ ਨਾਲ ਕੀ ਹੋਇਆ ਕਿ ਸਾਡੀਆਂ ਜੋ ਸਾਡਾ ਜਿਹੜਾ ਮਿਥਕ ਅੰਸ਼ ਸੀਗਾ, ਉਹ ਬਹੁਤ ਬਹੁਤ ਜ਼ਿਆਦਾ ਘਟਣਾ ਸ਼ੁਰੂ ਹੋ ਗਿਆ। ਆਮ ਸਧਾਰਨ ਲੋਕ ਸੀਗੇ ਜਿਹੜੇ, ਉਹਨਾਂ ਦੇ ਆਲੇ ਦੁਆਲੇ ਕੁਝ ਉਸਾਰਿਆ ਗਿਆ ਵਾਤਾਵਰਨ, ਤੇ ਉਹਨਾਂ ਨੂੰ ਵਾਤਾਵਰਨ ਉਸਾਰ ਕੇ ਵਿਸ਼ਿਸ਼ਟ ਵਿਅਕਤੀ ਬਣਾਇਆ ਗਿਆ। ਸਾਡੇ ਸਾਖੀ ਸਾਹਿਤ ਦੇ ਵਿੱਚ ਜੇ ਸਭ ਤੋਂ ਵੱਡਾ ਪ੍ਰਭਾਵ ਦੇਖੀਏ, ਤਾਂ ਸਭ ਤੋਂ ਵੱਡਾ ਪ੍ਰਭਾਵ ਸਾਡੇ ਕੋਲ ਜੋ ਹੈ ਉਹ ਸੈਮਟਿਕ ਰਿਲੀਜਨ ਦਾ ਹੀ ਪੈਂਦਾ ਹੈ। ਇਸੇ ਤਰ੍ਹਾਂ ਚੱਲਦੇ ਚੱਲਦੇ ਅੱਗੇ ਬੇਦੀ ਦੀ ਧਾਰਨਾ ਇਹ ਹੈ ਕਿ ਜੋ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ ਗ੍ਰੰਥ ਹੈ ਦਸਮ ਗ੍ਰੰਥ। ਦਸਮ ਗ੍ਰੰਥ ਦੇ ਵਿੱਚ ਜੋ ਉਪਾਖਿਆਨ ਚਰਿੱਤਰ ਸਾਨੂੰ ਮਿਲਦਾ ਹੈ, ਡਾਕਟਰ ਬੇਦੀ ਇਹ ਕਹਿੰਦੇ ਨੇ ਕਿ ਉਹ ਇੱਕ ਤਰ੍ਹਾਂ ਦਾ ਪੁਰਾਣ ਕਥਾ ਦਾ ਗ੍ਰੰਥ ਹੀ ਹੈ, ਗ੍ਰੰਥ ਦੇ ਵਿੱਚ ਗ੍ਰੰਥ ਹੈ, ਤੇ ਉਹਨੂੰ ਸੰਭਾਲਿਆ ਜਾਣਾ ਮੰਨਦਾ ਹੈ। ਤੇ ਇਹ ਜੋ ਪ੍ਰਭਾਵ ਮਿਲਿਆ ਉਸ ਦੇ ਵਿੱਚ ਚਿੱਤਰੋ ਪੱਖਿਆਂ ਦੇ ਵਿੱਚ, ਜਿਹਨੂੰ ਬਹੁਤ ਸਾਰੇ ਵਿਦਵਾਨ ਰੱਦ ਕਰਦੇ ਨੇ ਕਿ ਇਹਨੂੰ ਕਿਸ ਦੇ ਨਾਲ ਜੋੜਿਆ ਜਾਏ ਜਾਂ ਨਾ ਜੋੜਿਆ ਜਾਏ, ਇਸ ਦੇ ਬਾਰੇ ਬੇਦੀ ਹੋਰੀ ਇੱਕ ਪੁਸਤਕ ਲਿਖ ਰਹੇ ਸਨ, ਤੇ ਉਹ ਬੇਵਕਤ ਮੌਤ ਦੇ ਕਾਰਨ ਉਹਨੂੰ ਪੂਰਾ ਨਹੀਂ ਕਰ ਪਾਏ। ਤਾਂ ਉਹਦੇ ਵਿੱਚ ਉਹ ਇਹ ਕਹਿੰਦੇ ਨੇ, ਡਾਕਟਰ ਬੇਦੀ ਇਹ ਕਹਿੰਦੇ ਨੇ ਕਿ ਜਦੋਂ ਸੈਮਟਿਕ ਪ੍ਰਭਾਵ ਸਾਡੇ ਉੱਤੇ ਪੈਂਦਾ, ਭਾਰਤੀ ਸੰਸਕ੍ਰਿਤੀ ਜਦੋਂ ਸੈਮਟਿਕ ਸੰਸਕ੍ਰਿਤੀ ਨਾਲ ਮਿਲਦੀ ਆ, ਤਾਂ ਇਹ ਦੋ ਸੰਸਕ੍ਰਿਤੀਆਂ ਬਿਲਕੁਲ ਵਿਪਰੀਤ ਦਾਰਸ਼ਨਿਕ ਚਿੰਤਨ ਦੇ ਵਾਲੀਆਂ ਜਦੋਂ ਆਪਸ ਦੇ ਵਿੱਚ ਮਿਲਦੀਆਂ ਨੇ, ਤਾਂ ਇਸ ਸਮੇਂ ਦੇ ਵਿੱਚ ਇੱਕ ਜੋ ਦੋ ਬਿਰਤੀਆਂ ਜਿਹੜੀਆਂ ਸੀ, ਉਹ ਪ੍ਰਧਾਨ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਜਾਗਰਤ ਹੋਈਆਂ। ਇੱਕ ਪਿਆਰ, ਇਸ਼ਕ, ਤੇ ਦੂਜੀ ਸੂਰਬੀਰਤਾ। ਤਾਂ ਜੋ ਸਾਡੇ ਕੋਲ ਚਰਿੱਤਰੋ ਪੱਖਿਆਨ ਦੇ ਵਿੱਚ ਜਿੰਨੀਆਂ ਵੀ ਸਾਨੂੰ ਕਥਾਵਾਂ ਮਿਲਦੀਆਂ ਨੇ, ਉਹਨਾਂ ਕਥਾਵਾਂ ਦੇ ਵਿੱਚ ਇਹ ਦੋ ਭਾਵਨਾਵਾਂ ਬੜੇ ਪ੍ਰਬਲ ਰੂਪ ਦੇ ਵਿੱਚ ਨੇ, ਇੱਕ ਇਸ਼ਕ, ਇੱਕ ਸੂਰਬੀਰਤਾ। ਸੋ ਜਦੋਂ ਇਹ ਦੋਨੇ ਭਾਵਨਾਵਾਂ ਕਿਤੇ ਨਾ ਕਿਤੇ ਮਿਲਦੀਆਂ ਨੇ, ਤਾਂ ਜੇ ਤੁਸੀਂ ਇਹ ਕਹੋ ਕਿ ਇੱਕ ਵਿਸ਼ਿਸ਼ਟ ਸਾਹਿਤ ਰਚਨ ਵਾਲਾ ਵਿਅਕਤੀ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਵੇਂ ਲਿਖ ਸਕਦਾ, ਤਾਂ ਬੇਦੀ ਦਾ ਸਮਾਧਾਨ ਕਰਦੇ ਨੇ ਕਿ ਇਹ ਲੋਕ ਪਰੰਪਰਾ ਦੇ ਵਿੱਚੋਂ ਪ੍ਰਾਪਤ ਕਰਕੇ ਲਿਖੀ ਗਈ ਕਥਾ ਸਮੱਗਰੀ ਆ। ਇਹਨੂੰ ਤੁਸੀਂ ਕਿਸੇ ਗੁਰੂ ਪੁਰਖ ਦੇ ਵਿਸ਼ਿਸ਼ਟ ਮਨ ਦੀ ਉਤਪਤੀ ਸਮਝ ਕੇ ਰਿਜੈਕਟ ਨਾ ਕਰੋ। ਇਹਦੇ ਨਾਲ ਸਾਡੀ ਕਥਾ ਪਰੰਪਰਾ ਦੀ ਜਿਹੜੀ ਵੱਡਕਹਾ ਗ੍ਰੰਥ ਦੇ ਅਲੋਪ ਹੋ ਜਾਣ ਦੇ ਨਾਲ ਨੁਕਸਾਨ ਹੋਇਆ ਸੀ, ਉਹ ਨੁਕਸਾਨ ਦਾ ਘਾਟਾ ਪੂਰਾ ਕਰਨ ਵਾਸਤੇ ਸਾਡੇ ਕੋਲ ਦਸਮ ਗ੍ਰੰਥ ਹੈ, ਜਿਹਦੇ ਰਾਹੀਂ ਅਸੀਂ ਇਹਦਾ ਘਾਟਾ ਪੂਰਾ ਕਰ ਸਕਦੇ ਹਾਂ। ਤੇ ਇਹਨੂੰ ਤੁਸੀਂ ਅਪਣਾਓ ਤੇ ਇਹਦਾ ਅਧਿਐਨ ਕਰਕੇ ਸਾਡਾ ਜਿਹੜਾ ਸਾਡਾ ਪੰਜਾਬੀਆਂ ਦੀ ਕਥਾ ਪਰੰਪਰਾ ਹੈ, ਇਹਦਾ ਇੱਕ ਪੂਰਾ ਮੁਕੰਮਲ ਸਰੂਪ ਅਧਿਐਨ ਕਰਨ ਦੀ ਕੋਈ ਪਰੰਪਰਾ ਵਿਕਸਿਤ ਕਰੋ। ਸੋ ਇਹ ਤਾਂ ਕੁਝ ਮੋਟੇ-ਮੋਟੇ ਬੇਦੀ ਹੋਰਾਂ ਦੇ ਜਿਹੜਾ ਸਿਧਾਂਤ ਚਿੰਤਨ ਆ, ਉਹਦੇ ਬਾਰੇ ਕੁਝ ਛੂਹਾਂ ਨੇ। ਇਹ ਇਹਨਾਂ ਦੀ ਬਹੁਤ ਜ਼ਿਆਦਾ ਡਿਟੇਲਿੰਗ ਦਿੱਤੀ ਜਾ ਸਕਦੀ ਆ, ਪਰ ਮੈਂ ਇੱਥੇ ਸਿਰਫ ਅੱਗੇ ਇਹਦੀਆਂ ਬੇਦੀ ਹੋਰਾਂ ਦੀਆਂ ਕੁਝ ਇਸ ਚਿੰਤਨ ਦੀਆਂ, ਇਸ ਵਿਗਿਆਨਕ ਮਾਡਲ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਨਾ ਚਾਹੂੰਗਾ। ਮੈਂ ਸਮੇਂ ਦੀ ਘਾਟ ਕਾਰਨ ਕੋਸ਼ਿਸ਼ ਕਰੂੰਗਾ ਕਿ ਮੈਂ 2-4 ਮਿੰਟ ਦੇ ਵਿੱਚ ਹੀ ਇਹਨੂੰ ਸਮਾਪਤ ਕਰਾਂ। ਮੈਂ ਇਹ ਕਹਿ ਰਿਹਾ ਸੀ, ਮੇਰਾ ਕਹਿਣ ਦਾ ਭਾਵ ਇਹ ਆ ਕਿ ਬੇਦੀ ਹੋਰਾਂ ਨੇ ਜੋ ਇਹ ਮਾਡਲ ਦਿੱਤਾ, ਲੋਕ ਰੂੜੀ ਦਾ ਮਾਡਲ ਦਿੱਤਾ, ਲੋਕ ਮਨ ਦਾ ਮਾਡਲ ਦਿੱਤਾ, ਲੋਕ ਧਰਮ ਦਾ ਮਾਡਲ ਦਿੱਤਾ, ਜਾਂ ਜਾਦੂ ਚਿੰਤਨ ਦਾ ਮਾਡਲ ਦਿੱਤਾ, ਇਹਨੂੰ ਸਾਡੇ ਸਮਕਾਲੀ ਸਾਹਿਤ ਦੇ ਉੱਤੇ ਅਸੀਂ ਕਿਸ ਤਰ੍ਹਾਂ ਅਧਿਐਨ ਕਰ ਸਕਦੇ ਹਾਂ, ਇਹ ਸਾਡਾ ਇੱਕ ਬਹੁਤ ਵੱਡਾ ਸਾਡੇ ਅੱਗੇ ਸਿਧਾਂਤਕ ਸਵਾਲ ਹੈ। ਸੋ ਇਹਦਾ ਮੇਰੀ ਜਾਚੇ ਇਹਦਾ ਹੱਲ ਇਹ ਆ, ਜਿਸ ਤਰ੍ਹਾਂ ਬੇਦੀ ਦੇ ਮਾਡਲ ਨੂੰ, ਜਿਵੇਂ ਉਹਨਾਂ ਨੇ ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜੀਆਂ ਪੁਸਤਕ ਦੇ ਵਿੱਚ ਉਹਨਾਂ ਨੇ ਇਸ ਦੀ ਸਿਧਾਂਤਕ ਵਰਤੋਂ ਕਰਕੇ ਦਿਖਾਇਆ। ਮੈਂ ਇਹਦੀ ਇੱਕ ਛੋਟੀ ਜਿਹੀ ਵਿਵਹਾਰਕ ਉਦਾਹਰਨ ਦੇਣੀ ਚਾਹੂੰਗਾ। ਜਿਸ ਤਰ੍ਹਾਂ ਸਾਡੇ ਕੋਲ ਕਹਾਣੀ ਪ੍ਰਾਪਤ ਹੁੰਦੀ ਹੈ ਧਰਤੀ ਹੇਠਲਾ ਬਲਦ, ਕੁਲਵੰਤ ਸਿੰਘ ਵਿਰਕ ਉਹਨਾਂ ਦੀ ਕਹਾਣੀ ਹੈ ਧਰਤੀ ਹੇਠਲਾ ਬਲਦ। ਧਰਤੀ ਹੇਠਲਾ ਬਲਦ ਕਹਾਣੀ ਪੰਜਾਬੀਆਂ ਨੇ ਕਿਉਂ ਸਵੀਕਾਰ ਕੀਤੀ? ਧਰਤੀ ਹੇਠਲਾ ਬਲਦ ਕਹਾਣੀ ਪੰਜਾਬੀਆਂ ਦੀ ਦੁੱਖ ਜਰਨ ਦੀ ਸਮਰੱਥਾ ਨੂੰ ਕਿਵੇਂ ਬਿਆਨ ਕਰਦੀ ਆ, ਕੋਈ ਹੋਰ ਕਹਾਣੀ ਬਿਆਨ ਕਿਉਂ ਨਹੀਂ ਕਰਦੀ? ਧਰਤੀ ਹੇਠਲਾ ਬਲਦ ਕੀ ਹੈ? ਇਸ ਕਥਾਨਕ ਰੂੜੀ ਦੀ ਯਾਤਰਾ ਕੀ ਹੈ? ਇਹ ਕਥਾਨਕ ਰੂੜੀ ਪੰਜਾਬੀਆਂ ਦੇ ਸਾਂਸਕ੍ਰਿਤਿਕ ਵਿਕਾਸ ਦੇ ਵਿੱਚ ਕਿੱਥੋਂ ਆਈ? ਇਹਨਾਂ ਸਵਾਲਾਂ ਦਾ ਹੱਲ ਕੀਤੇ ਬਿਨਾਂ ਅਸੀਂ ਧਰਤੀ ਹੇਠਲਾ ਬਲਦ ਕਹਾਣੀ ਦੀ ਲੋਕਧਾਰੀ ਅਧਿਐਨ ਨਹੀਂ ਕਰ ਸਕਦੇ। ਬੇਦੀ ਦੇ ਮਾਡਲ ਦੇ ਅਨੁਸਾਰ ਜੇ ਇਹਦੀ ਵਿਆਖਿਆ ਕੀਤੀ ਜਾਵੇ ਤਾਂ ਧਰਤੀ ਹੇਠਲਾ ਬਲਦ ਜੋ ਹੈ
ਉਹ ਕਿਹੜੇ ਲੋਕਾਂ ਨੇ ਇਹ ਅਨੁਭਵ ਕੀਤਾ ਕਿ ਧਰਤੀ ਬਲਦ ਦੇ ਸਿੰਘਾਂ ਤੇ ਖੜੀ ਹੈ। ਬੇਦੀ ਦੇ ਮਾਡਲ ਦੇ ਅਨੁਸਾਰ ਗੱਲ ਕੀਤੀ ਜਾ ਰਹੀ ਹੈ। ਕਿਹੜੇ ਲੋਕਾਂ ਨੇ ਇਹ ਚੀਜ਼ ਕਹੀ ਕਿ ਧਰਤੀ ਬਲਦ ਦੇ ਸਿੰਘਾਂ ਤੇ ਖੜੀ ਹੈ। ਜ਼ਾਹਿਰ ਹੈ ਉਹਨਾਂ ਲੋਕਾਂ ਦੇ ਜੀਵਨ ਵਿੱਚ ਬਲਦ ਇੱਕ ਬੇਹੱਦ ਜ਼ਰੂਰੀ ਜੀਵ ਰਿਹਾ ਹੋਵੇਗਾ। ਕਹਿਣ ਦਾ ਮਤਲਬ ਇਹ ਕਿ ਉਹਨਾਂ ਲੋਕਾਂ ਨੇ ਪੱਕਾ ਬਲਦ ਨੂੰ ਪਾਲਤੂ ਬਣਾ ਲਿਆ ਹੋਵੇਗਾ। ਜੇ ਬਲਦ ਨੂੰ ਪਾਲਤੂ ਬਣਾਇਆ ਹੋਵੇਗਾ ਤਾਂ ਉਹਨਾਂ ਨੇ ਗਾਏ ਦੀ ਪਾਲਤੂ ਬਣਾਈ ਹੋਏਗੀ। ਜੇ ਗਾਂ ਪਾਲਤੂ ਬਣਾਈ ਹੋਏਗੀ ਤਾਂ ਗਾਂ ਨੂੰ ਪਾਲਤੂ ਬਣਾਉਣ ਤੋਂ ਬਾਅਦ ਉਹਦਾ ਦੁੱਧ ਵੀ ਪੀਂਦੇ ਹੋਣਗੇ, ਤਾਂ ਇਹਦਾ ਮਤਲਬ ਉਹਨਾਂ ਨੇ ਦੁੱਧ ਰਿੜਕਣਾ ਵੀ ਸਿੱਖ ਲਿਆ ਹੋਊਗਾ। ਜੇ ਉਹਨਾਂ ਨੇ ਦੁੱਧ ਰਿੜਕਣਾ ਸਿੱਖ ਲਿਆ ਹੋਊਗਾ ਤਾਂ ਪੱਕੀ ਗੱਲ ਆ ਕਿ ਉਹਨਾਂ ਲੋਕਾਂ ਨੇ ਸ਼ਾਇਦ ਉਹ ਮਿੱਥ ਵੀ ਸਿਰਜ ਲਈ ਹੋਵੇ ਜਿਹਦੇ ਵਿੱਚ ਸਮੁੰਦਰ ਰਿੜਕਿਆ ਜਾਂਦਾ। ਹੋ ਸਕਦਾ ਉਹਨਾਂ ਲੋਕਾਂ ਨੇ ਬਲਦ ਦੇ ਰਾਹੀਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੋਵੇ। ਖੇਤੀ ਦੀ ਖੋਜ ਨੇ ਬੰਦੇ ਨੂੰ ਵਧੇਰੇ ਖੁਸ਼ਹਾਲੀ, ਸਮਾਜ ਨੂੰ ਜਟਿਲਤਾ ਅਤੇ ਵਧੇਰੇ ਫੁਰਸਤ ਦਿੱਤੀ। ਉਹਨਾਂ ਨੇ ਇਸ ਵਧੀ ਹੋਈ ਫੁਰਸਤ ਦੇ ਵਿੱਚੋਂ ਹੋਰ ਬਹੁਤ ਸਾਰਾ ਕੁਝ ਸਿਰਜਿਆ ਹੋਵੇ। ਤੇ ਦੂਸਰਾ, ਸਾਡੇ ਕੋਲ ਸਾਡੇ ਪ੍ਰਾਚੀਨ ਸੰਸਕ੍ਰਿਤਿਕ ਪ੍ਰਵੇਸ਼ ਦੇ ਵਿੱਚ ਬਲਦ ਦੀ ਕੋਈ ਰੂੜੀ ਮਿਲਦੀ ਹੈ। ਸਾਡੇ ਕੋਲ ਬਲਦ ਦੀ ਰੂੜੀ ਮਿਲਦੀ ਹੈ। ਸੀਲ ਮੋਹਰਾਂ ਦੇ ਵਿੱਚ ਸਾਨੂੰ ਹੜੱਪਾ ਸੰਸਕ੍ਰਿਤੀ ਦੇ ਵਿੱਚ ਬਲਦ ਬਣਿਆ ਹੋਇਆ ਮਿਲਦਾ ਹੈ। ਸੋ ਕੀ ਅਸੀਂ ਇਸ ਤਰ੍ਹਾਂ ਬੇਦੀ ਨੇ ਜੋ ਸਾਨੂੰ ਮਾਡਲ ਦਿੱਤਾ ਹੈ, ਇਹਦੇ ਰਾਹੀਂ ਅਸੀਂ ਇਹ ਦੱਸ ਸਕਦੇ ਹਾਂ ਕਿ ਪੰਜਾਬੀ ਮਨ ਦੇ ਵਿੱਚ ਧਰਤੀ ਹੇਠਲੇ ਬਲਦ ਦੇ ਸੰਸਕਾਰ ਲੋਕ ਰੂੜੀਆਂ ਦੇ ਵਿੱਚ ਪਏ ਨੇ। ਜਦੋਂ ਵਿਸ਼ਿਸ਼ਟ ਸਾਹਿਤ ਨੇ ਇਸ ਤਰ੍ਹਾਂ ਇਸਤੇਮਾਲ ਕੀਤਾ ਲੋਕ ਰੂੜੀ ਨੂੰ, ਜਿਹਦਾ ਸੰਸਕ੍ਰਿਤਿਕ ਪ੍ਰਸਾਰ 5000 ਸਾਲ ਪੁਰਾਣਾ ਹੈ, ਤਾਂ ਲੋਕਾਂ ਨੇ ਝਟਪਟ ਉਸ ਚੀਜ਼ ਨੂੰ ਸਮਝਿਆ। ਚਾਹੇ ਕਿ ਇਸ ਕਹਾਣੀ ਦਾ ਜੋ ਪਹੁੰਚ ਸੀ ਉਹ ਬਹੁਤ ਹੀ ਵਿਸ਼ਿਸ਼ਟ ਲੋਕਾਂ ਤੱਕ ਹੀ ਰਹੀ ਹੋਵੇ, ਵਿਸ਼ਿਸ਼ਟ ਮਨ ਦੇ ਧਾਰਨੀ ਲੋਕਾਂ ਤੱਕ, ਪਰੰਤੂ ਫਿਰ ਵੀ ਉਹਨਾਂ ਦੇ ਧੁਰ ਮਨ ਵਿੱਚ ਪਈਆਂ ਲੋਕ ਮਨ ਦੀਆਂ ਪ੍ਰਵਿਰਤੀਆਂ, ਪੰਜਾਬੀ ਲੋਕ ਮਨ ਦੀਆਂ ਪ੍ਰਵਿਰਤੀਆਂ ਨੇ ਇਸ ਕਹਾਣੀ ਨੂੰ ਕਲਾਸਿਕ ਦਾ ਦਰਜਾ ਬਣਾਇਆ। ਸੋ ਇਸ ਤਰ੍ਹਾਂ ਕਰਕੇ ਅਸੀਂ ਪੰਜਾਬੀ ਸਾਹਿਤ ਅਤੇ ਪੰਜਾਬੀ ਦੀ ਹੋਰ ਬਹੁਤ ਸਾਰੀ ਲੋਕਧਾਰਾਈ ਸਮੱਗਰੀ ਦਾ ਅਧਿਐਨ ਕਰ ਸਕਦੇ ਹਾਂ। ਬੇਦੀ ਹੋਰਾਂ ਦਾ ਸਿਧਾਂਤਕ ਮਾਡਲ ਇੱਕ ਬਹੁਤ ਵਿਸ਼ਾਲ ਅਤੇ ਜਟਿਲ ਮਾਡਲ ਹੈ। ਇੰਨੇ ਥੋੜੇ ਸਮੇਂ ਦੇ ਵਿੱਚ ਮੈਂ ਇਹਦੇ ਸਾਰੇ ਪਸਾਰਾਂ ਨੂੰ ਸ਼ਾਇਦ ਨਾ ਛੋਹ ਪਾਇਆ ਹੋਵਾਂ। ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਨਾਲ ਕੁਝ ਗੱਲਾਂ ਮੈਂ ਸ਼ੇਅਰ ਕਰ ਸਕਾਂ। ਸੋ ਮੈਂ ਉਮੀਦ ਕਰਾਂਗਾ ਕਿ ਇਸ ਲੈਕਚਰ ਨੂੰ ਸੁਣਨ ਵਾਲੇ ਸਾਰੇ ਵਿਦਵਾਨ ਸੱਜਣਾਂ ਨੂੰ ਇਹਨਾਂ ਤੋਂ ਕੁਝ ਨਾ ਕੁਝ ਉਹ ਜ਼ਰੂਰ ਲਾਭ ਲੈ ਪਾਉਣਗੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।